सो देखो बेटा, सो एस सी वर्मा ने ਜਿਹੜਾ ਲੈਕਚਰ ਦਿੱਤਾ ਸੀਗਾ ਉਹਦੇ ਵਿੱਚ ਉਹਨਾਂ ਨੇ ਕਾਫੀ ਸਾਰੀਆਂ ਚੀਜ਼ਾਂ ਡਿਸਕਸ ਕੀਤੀਆਂ ਸੀ, ਜਸਟ ਲਾਈਕ ਆਪਣੇ ਉਹਨਾਂ ਨੇ ਦੋ ਤਰ੍ਹਾਂ ਦੇ ਪੋਟੈਂਸ਼ੀਅਲ ਯੂਜ਼ ਕੀਤੇ ਸੀਗੇ। one was corresponding to mean field potential, that what was simple single particle potential, और उस तो बाद उन्होंने यूज किया सीगा हार्मोनिक ऑसिलेटर पोटेंशियल, ठीक है जी, इनफाइनाइट स्केयर वेल पोटेंशियल एंड उस तो बाद हार्मोनिक ऑसिलेटर पोटेंशियल यूज किया सी, एंड बोथ वर नॉट एबल टू reproduce मैजिक नंबर। सो मैजिक नंबर और reproduce नहीं कर पा रहे सी, एंड उस तो बाद उन्होंने की किया सी स्पिन ऑर्बिट कपलिंग ਲਈ ਸੀ। तो स्पिन ऑर्बिट कपलिंग ਦੇ ਵਿੱਚ ਕੀ ਹੁੰਦਾ ਹੈ ਬੇਟਾ, ਜਿਸ ਤਰ੍ਹਾਂ ਐਟੋਮਿਕ ਫਿਜ਼ਿਕਸ ਦੇ ਵਿੱਚ ਇਹ ਜਿਹੜਾ ਕਨਸੈਪਟ ਹੈ ਸਪਿਨ ਆਰਬਿਟ ਕਪਲਿੰਗ ਦਾ, ਹਾਈਪਰਫਾਈਨ ਸਪਲਿਟਿੰਗ ਹੋ ਜਾਂਦੀ ਹੈ, ਉਹਦੇ ਨਾਲ ਕੀ ਹੋਏਗਾ ਤੁਹਾਡੇ ਕੋਲ ਕਾਫੀ ਸਾਰੀਆਂ ਚੀਜ਼ਾਂ ਦੀ ਅਵੇਲੇਬਿਲਿਟੀ ਜ਼ਿਆਦਾ ਹੋ ਜਾਂਦੀ ਹੈ। ਜਿਹੜਾ p ਆਰਬਿਟਲ ਹੈ ਉਹ p3 ਹਾਫ ਐਂਡ p1 ਹਾਫ ਦੇ ਵਿੱਚ ਬ੍ਰੇਕ ਹੋ ਜਾਂਦਾ ਹੈ। ਸੋ ਇਹ ਉਹਨਾਂ ਨੇ ਕਾਫੀ ਚੀਜ਼ਾਂ ਡਿਸਕਸ ਕੀਤੀਆਂ ਹੋਈਆਂ। ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਗੱਲ ਮੇਨ ਬਹੁਤ ਕਾਫੀ ਇੰਪੋਰਟੈਂਟ ਚੀਜ਼ ਸੀਗੀ ਕਿ ਮੋਸਟਲੀ ਬੱਚਿਆਂ ਨੂੰ ਨਹੀਂ ਸਮਝ ਆਉਂਦਾ ਕਿ ਗੁੱਡ ਕੁਆਂਟਮ ਨੰਬਰ ਐਂਡ ਬੈਡ ਕੁਆਂਟਮ ਨੰਬਰ ਹੁੰਦਾ ਕੀ ਹੈ, ਉਹ ਚੀਜ਼ਾਂ ਪਤਾ ਹੋਣੀ ਚਾਹੀਦੀਆਂ। ਉਹ ਚੀਜ਼ ਮੈਨੂੰ ਵੀ ਪਹਿਲਾਂ ਕਲੀਅਰ ਨਹੀਂ ਸੀਗੀ, ਲੇਕਿਨ ਮੈਨੂੰ ਵਿਦ ਟਾਈਮ ਪਤਾ ਲੱਗੀ ਹੈ, ਐਂਡ ਇਹ ਚੀਜ਼ ਤੁਹਾਨੂੰ ਸਟਾਰਟਿੰਗ 'ਚ ਪਤਾ ਲੱਗ ਰਹੀ ਹੈ, ਯੂ ਆਰ ਬੈਨੀਫਿਟਡ ਫਰਮ ਦੈਟ। ਸੋ ਇਹਦੇ ਵਿੱਚ ਕੀ ਹੁੰਦਾ ਹੈ ਗੁੱਡ ਕੁਆਂਟਮ ਨੰਬਰ ਐਂਡ ਬੈਡ ਕੁਆਂਟਮ ਨੰਬਰ। ਅਗਰ ਤੁਹਾਡਾ ਹੈਮਿਲਟੋਨੀਅਨ ਅਗਰ ਤੁਹਾਡਾ ਹੈਮਿਲਟੋਨੀਅਨ ਸਾਈਮਲਟੇਨੀਅਸਲੀ ਡਾਇਗੋਨਾਈਜ਼ ਕਰ ਪਾਉਂਦਾ ਹੈ ਉਸ ਪੋਟੈਂਸ਼ੀਅਲ ਦੇ ਨਾਲ ਜਿਹੜਾ ਤੁਸੀਂ ਯੂਜ਼ ਕਰ ਰਹੇ ਹੋ, ਤਾਂ ਉਸ ਕੋਰਸਪੋਂਡਿੰਗ ਤੁਹਾਡੇ ਕੋਲ ਕੁਝ ਜਿਹੜੇ ਕੁਆਂਟਮ ਨੰਬਰ ਇਵੋਲਵ ਹੁੰਦੇ। ਅਗਰ ਤੁਹਾਡਾ ਐਲ ਸਕੁਅਰ ਜਿਹੜਾ ਹੈਗਾ ਉਹ ਇਵੋਲਵ ਹੁੰਦਾ ਹੈ, ਜਸਟ ਲਾਈਕ ਜਿਸ ਤਰ੍ਹਾਂ ਆਪਣੇ ਕੋਲ ਜਿਹੜਾ ਸਪਿਨ ਆਰਬਿਟ ਕਪਲਿੰਗ ਹੈ, ਐਲ ਡਾਟ ਦੀ ਐਸ ਦੀ ਟਰਮ ਆਉਂਦੀ ਹੈ। ਅਗਰ ਐਲ ਡਾਟ ਐਸ ਨੂੰ ਆਪਾਂ ਜਿਹੜਾ ਪੋਟੈਂਸ਼ੀਅਲ ਟਰਮ ਹੈ ਉਹਨੂੰ ਆਪਾਂ ਹਾਈ ਹੈਮਿਲਟੋਨੀਅਨ ਦੇ ਨਾਲ ਸਾਈਮਲਟੇਨੀਅਸਲੀ ਡਾਇਗੋਨਲਾਈਜ਼ ਕਰਨ ਦੀ ਗੱਲ ਕਰਾਂਗੇ, ਤਾਂ ਉਸ ਕੇਸ ਦੇ ਵਿੱਚ ਆਪਣੇ ਕੋਲ ਕੀ ਆਏਗਾ, ਐਲ ਸਕੁਅਰ ਜਿਹੜਾ ਹੈ ਉਹ ਜਿਹੜਾ ਕੁਆਂਟਮ ਨੰਬਰ ਹੈ ਉਹ ਪ੍ਰੀਜ਼ਰਵ ਰਹਿੰਦਾ ਹੈ, ਉਹਦੀ ਇੱਕ ਫਾਈਨਾਈਟ ਵੈਲਿਊ ਆਉਂਦੀ ਹੈ, ਠੀਕ ਹੈ। ਇਟ ਇਜ਼ ਅ ਗੁੱਡ ਕੁਆਂਟਮ ਨੰਬਰ, मतलब ਇਹ ਚੀਜ਼ ਦੇ ਵੀ ਡਾਇਗੋਨਲਾਈਜੇਸ਼ਨ ਹੁੰਦੀ ਹੈ। ਤਾਂ ਐਲ ਸਕੁਅਰ ਆਪਣੇ ਕੋਲ ਇਵੋਲਵ ਹੁੰਦਾ ਹੈ। ਐਲ ਸਕੁਅਰ ਦੀ ਵੈਲਿਊ ਕੀ ਹੈ ਬੇਟਾ, l into l+1 into h cross square ਦੀ ਵੈਲਿਊ ਆਏਗੀ। ਸੋ ਜਿਹੜਾ ਆਰਬਿਟਲ ਐਂਗੂਲਰ ਮੋਮੈਂਟਮ ਹੈ ਉਹਦੀ ਇੱਕ ਫਾਈਨਾਈਟ ਵੈਲਿਊ ਹੋਏਗੀ, ਲੇਕਿਨ ਜਿਹੜਾ ਸਪਿਨ ਐਂਗੂਲਰ ਮੋਮੈਂਟਮ ਹੈ ਜਿਹੜਾ ਕਿ ਜਿਸ ਤਰ੍ਹਾਂ ਆਪਣੇ ਕੋਲ m ਆਉਂਦਾ ਹੈ, m of l ਆਉਂਦਾ ਹੈ, ਉਹ ਆਪਣੇ ਕੋਲ ਫਾਈਨਾਈਟ ਨਹੀਂ ਰਹਿੰਦਾ, ਉਹਦੀਆਂ ਕਾਫੀ ਸਾਰੀਆਂ ਵੈਲਿਊਜ਼ ਆਣਗੀਆਂ, ਐਂਡ ਇਹ ਗੁੱਡ ਕੁਆਂਟਮ ਨੰਬਰ ਨਹੀਂ ਹੋਏਗਾ। ਇਸ ਕਰਕੇ ਇਹਨੂੰ ਆਪਾਂ ਕਦੇ ਵੀ ਨਹੀਂ ਲੈਂਦੇ, ਠੀਕ ਹੈ ਜੀ। ਲੇਕਿਨ ਆਪਣੇ ਕੋਲ ਜਿਹੜਾ ਜੇ ਸਕੁਅਰ ਹੈ, ਜੇ ਸਕੁਅਰ ਗੁੱਡ ਕੁਆਂਟਮ ਨੰਬਰ ਹੁੰਦਾ ਹੈ, ਐਂਡ m ਜੀ ਉਹਦਾ ਗੁੱਡ ਕੁਆਂਟਮ ਨੰਬਰ ਹੁੰਦਾ ਹੈ, ਇਹ ਐਂਡ s ਤੋਂ ਤੁਹਾਡੇ ਕੋਲ ਜਿਹੜਾ ਸਪਿਨ ਹੈ ਇਜ਼ ਇਕੁਅਲ ਟੂ 1/2 ਹੈ, ਗੁੱਡ ਕੁਆਂਟਮ ਨੰਬਰ ਹੁੰਦਾ ਹੈ। ਸੋ ਜਿੰਨੇ ਵੀ ਗੁੱਡ ਕੁਆਂਟਮ ਨੰਬਰ ਹੋਣਗੇ ਜਿਹੜੇ ਕਿ ਜਿਹਨਾਂ ਦੀ ਵੈਲਿਊ ਫਾਈਨਾਈਟ ਹੋਏਗੀ, ਇੱਕ ਪਰਟੀਕੂਲਰ ਵੈਲਿਊ ਹੋਏਗੀ ਫॉर ਈਚ ਐਂਡ ਐਵਰੀ ਆਰਬਿਟਲ, ਤਾਂ ਉਸ ਕੇਸ ਦੇ ਵਿੱਚ ਉਹਨਾਂ ਨੂੰ ਆਪਾਂ ਯੂਜ਼ ਕਰ ਸਕਦੇ ਹਾਂ ਟੂ ਇੰਟਰਪ੍ਰੈਟ ਦੀ એનર્ਜੀ ਲੈਵਲਸ। ਸੋ ਇਹ ਕਾਫੀ ਇੰਪੋਰਟੈਂਟ ਚੀਜ਼ ਸੀ ਜਿਹੜੀ ਉਹਨਾਂ ਨੇ ਡਿਸਕਸ ਕੀਤੀ ਹੈ। ਉਸ ਤੋਂ ਬਾਅਦ ਉਹਨਾਂ ਨੇ ਕਾਫੀ ਸਾਰੀ ਚੀਜ਼ਾਂ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਹੈ, ਸਪਿਨ ਆਰਬਿਟ ਕਪਲਿੰਗ ਦੇ ਨਾਲ ਕੀ ਕੀ ਹੋਏਗਾ, ਐਂਡ ਉਹ ਜਿਹੜਾ ਪੋਟੈਂਸ਼ੀਅਲ ਤੁਹਾਡੇ ਬੈਕਗ੍ਰਾਉਂਡ ਦੇ ਵਿੱਚ ਇੱਕ ਛੋਟੀ ਜਿਹੀ ਫਿਗਰ ਹੈ, ਉਹਨਾਂ ਨੇ ਐਸ.ਸੀ. ਵਰਮਾ ਦੀ ਪਿਕਚਰ ਵੀ ਹੈਗੀ ਹੈ ਬੇਟਾ, ਉਹਨਾਂ ਦੀ ਕਾਫੀ ਕੰਟਰੀਬਿਊਸ਼ਨ ਹੈ, ਪਲੱਸ 2 ਦੇ ਵਿੱਚ ਤੁਸੀਂ ਐਸ.ਸੀ. ਵਰਮਾ ਸ਼ਾਇਦ ਪੜ੍ਹੀ ਹੋਏਗੀ। ਤਾਂ ਤੁਹਾਡੇ ਕੋਲ ਜਿਹੜਾ ਪੋਟੈਂਸ਼ੀਅਲ ਦਿੱਤਾ ਹੋਇਆ ਬੇਟਾ ਵੁੱਡ ਸੈਕਸ਼ਨ ਟਾਈਪ ਪੋਟੈਂਸ਼ੀਅਲ ਦਿੱਤਾ ਹੋਇਆ, ਇਹਦੇ ਵਿੱਚ ਕੀ ਹੈ ਜਿਹੜਾ ਤੁਹਾਡੇ ਕੋਲ ਜਿਹੜੀ ਨਿਊਕਲੀਅਰ ਡੈਂਸਿਟੀ ਹੈ ਇਨਸਾਈਡ ਦੀ ਸਰਫੇਸ ਤੁਹਾਡੇ ਕੋਲ ਕਾਂਸਟੈਂਟ ਰਹਿੰਦੀ ਹੈ। ਆਈ ਹੋਪ ਤੁਹਾਨੂੰ ਕਰਸਰ ਵਗੈਰਾ ਕਲੀਅਰ ਹੋਏਗਾ, ਮੈਂ ਥੋੜੀ ਜਿਹੀ ਫਿਗਰ ਹੋਰ ਬ੍ਰੌਡ ਕਰ ਦਿੰਦਾ। ਸੋ ਇਹਦੇ ਵਿੱਚ ਕੀ ਹੈ ਬੇਟਾ, ਤੁਹਾਡੇ ਕੋਲ ਜਿਹੜਾ ਪੋਟੈਂਸ਼ੀਅਲ ਹੈ, ਪੋਟੈਂਸ਼ੀਅਲ ਕੀ ਹੈ, ਪੋਟੈਂਸ਼ੀਅਲ ਤੁਹਾਡੇ ਕੋਲ ਮਿਨੀਮਮ ਰੱਖਣ ਦੀ ਕੋਸ਼ਿਸ਼ ਕੀਤੀ ਹੈ ਪੋਟੈਂਸ਼ੀਅਲ એનર્ਜੀ। ਤਾਂ ਉਸ ਕੇਸ ਦੇ ਵਿੱਚ ਕੀ ਹੋਏਗਾ, ਜਿਹੜਾ ਤੁਹਾਡਾ ਪੋਟੈਂਸ਼ੀਅਲ ਹੈ ਉਹਦੀ ਜਿਹੜੀ ਡੈਪਥ ਹੈ ਉਹਨਾਂ ਨੇ ਅਪਰੋਕਸੀਮੇਟਲੀ 50 MeV ਹੈ। ਸੋ ਪ੍ਰੋਪਰਲੀ ਫਿਗਰ ਕਲੀਅਰ ਨਹੀਂ ਹੈ, ਲੇਕਿਨ ਇਹਦੇ ਵਿੱਚ ਕੀ ਹੈ 50 MeV ਤੁਹਾਡੇ ਕੋਲ ਲਿਖਿਆ ਹੋਏਗਾ। ਪੋਟੈਂਸ਼ੀਅਲ ਦੀ ਡੈਪਥ ਕਿਸ ਤਰ੍ਹਾਂ ਆਉਂਦੀ ਹੈ ਬੇਟਾ, ਇਹ ਐਕਸਪੈਰੀਮੈਂਟਲੀ ਵੈਲਿਊਜ਼ ਤੋਂ ਆਉਂਦਾ ਹੈ। 50 MeV ਤੁਸੀਂ ਪੋਟੈਂਸ਼ੀਅਲ ਡੈਪਥ ਲੈਣੀ ਹੈ, ਇਹ ਡਿਪੈਂਡ ਕਿਸ ਤੇ ਕਰੇਗਾ, ਤੁਹਾਡੇ ਨਿਊਕਲੀਅਸ ਦੇ ਉੱਪਰ। ਅਗਰ ਤੁਹਾਡਾ ਨਿਊਕਲੀਅਸ ਲਾਈਟ ਨਿਊਕਲੀਅਸ ਹੈ, ਜਸਟ ਲਾਈਕ ਐਟੋਮਿਕ ਮਾਸ 20 ਹੈ ਜਾਂ 50 ਹੈ ਜਾਂ 30 ਹੈ, ਜਸਟ ਲਾਈਕ ਸੋਡੀਅਮ ਹੋ ਗਿਆ, पोटेशियम हो गया, उस तो बाद स्कैंडियम हो गया, टाइटेनियम हो गया या फिर प्लाटियम हो गया, उस रेंज में ਤੁਹਾਡੇ ਕੋਲ ਪੋਟੈਂਸ਼ੀਅਲ ਦੀ ਵੈਲਿਊ ਕੁਝ ਹੋਰ ਹੋਏਗੀ। ਪੋਟੈਂਸ਼ੀਅਲ ਡੈਪਥ ਅਗਰ ਤੁਹਾਡੇ ਕੋਲ ਜਿਹੜੇ ਹਾਇਰ ਲੈਵਲਿੰਗ ਜਸਟ ਲਾਈਕ ਹੈਫਨੀਅਮ ਹੋ ਗਿਆ, ਉਸ ਤੋਂ ਬਾਅਦ ਲੂਟੀਸ਼ੀਅਮ ਹੋ ਗਿਆ, ਜਿਨ੍ਹਾਂ ਦਾ ਮਾਸ ਨੰਬਰ ਹੀ ਕਾਫੀ ਜ਼ਿਆਦਾ ਹੁੰਦਾ ਹੈ, ਅਬਵ 50 ਹੁੰਦਾ ਹੈ, ਜੇ ਐਟੋਮਿਕ ਨੰਬਰ ਹੀ ਕਾਫੀ ਜ਼ਿਆਦਾ ਹੋ ਜਾਂਦਾ ਹੈ, ਮਾਸ ਨੰਬਰ 150 ਦੇ ਨੇੜੇ ਪਹੁੰਚ ਜਾਂਦਾ ਹੈ, ਤਾਂ ਉਸ ਕੇਸ ਵਿੱਚ ਪੋਟੈਂਸ਼ੀਅਲ ਦੀ ਵੈਲਿਊ ਅਲੱਗ ਆਉਂਦੀ। ਸੋ ਥੀਸ ਆਰ ਐਡਜਸਟੇਬਲ ਪੈਰਾਮੀਟਰਸ ਜਿਹੜੇ ਕਿ ਤੁਹਾਡੇ ਨਿਊਕਲੀਅਰ ਰੇਡੀਅਸ as well as number of particles ਦੇ ਉੱਪਰ ਡਿਪੈਂਡ ਕਰਦੇ ਆ, ਐਂਡ ਨਿਊਕਲੀਅਰ ਸਾਈਜ਼ ਦੇ ਉੱਪਰ ਡਿਪੈਂਡ ਕਰਦੇ ਆ। ਸੋ ਨਿਊਕਲੀਅਸ ਦੀ ਪ੍ਰੋਪਰਟੀਜ਼ ਆਪਾਂ ਨੂੰ ਪਤਾ ਹੈ ਬੇਟਾ, ਨਿਊਕਲੀਅਰ ਦੀ ਇਨਸਾਈਡ ਜਿਹੜੀ ਡੈਂਸਿਟੀ ਹੈ ਆਲਮੋਸਟ ਕਾਂਸਟੈਂਟ ਹੁੰਦੀ ਹੈ, ਐਂਡ ਉਸ ਤੋਂ ਬਾਅਦ ਜਿਹੜਾ ਨਿਊਕਲੀਅਸ ਹੈ, ਨਿਊਕਲੀਅਸ ਵਿਦ ਅਗਰ ਤੁਸੀਂ ਨਿਊਕਲੀਅਸ ਦੀ ਬਾਉਂਡਰੀ ਦੇਖਣ ਜਾਓਗੇ ਤਾਂ ਹਮੇਸ਼ਾ ਇਹ ਡਿਫਿਊਜ਼ ਹੋਏਗੀ, ਬਿਕੋਜ਼ ਆਪਾਂ ਉਦੋਂ ਕਦੇ ਵੀ ਇਹ ਨਹੀਂ ਹੈ ਕਿ ਸਰਕਲ ਦੀ ਤਰ੍ਹਾਂ ਨਿਊਕਲੀਅਸ ਨੂੰ ਡਰਾ ਨਹੀਂ ਕਰ ਸਕਦੇ ਕਿ ਇਸ ਤੋਂ ਬਾਹਰ ਨਿਊਕਲੀਅਸ ਐਗਜ਼ਿਸਟ ਨਹੀਂ ਕਰਦਾ। ਜੇ ਤੁਸੀਂ ਜਸਟ ਲਾਈਕ ਜਿੱਦਾਂ ਆਪਾਂ ਸਪੋਜ਼ ਕਰੋ ਕਿ ਆਪਾਂ ਅਰਥ ਦੀ ਜਿਹੜੀ ਮੈਗਨੈਟਿਕ ਫੀਲਡ ਹੈ, ਅਰਥ ਦਾ ਜਿਹੜਾ ਔਰਾ ਹੈ, ਉਹ ਅਗਰ ਆਪਾਂ ਸਾਇੰਟਿਸਟ ਨੂੰ ਰੀਸੈਂਟਲੀ ਪਤਾ ਲੱਗਿਆ ਕਿ ਅਰਥ ਦਾ ਜਿਹੜਾ ਮੈਗਨੈਟਿਕ ਫੀਲਡ ਹੈ ਉਹ ਕਾਫੀ ਦੂਰ ਤੱਕ ਐਕਸਟੈਂਡ ਕਰਦਾ ਹੈ, ਈਵਨ ਕਿ ਆਪਣਾ ਜਿਹੜਾ ਅਰਥ ਦਾ ਐਟਮੋਸਫੀਅਰ ਹੈ ਇਹ ਮੂਨ ਤੱਕ ਵੀ ਜਾਂਦਾ ਹੈ, ਅਗਰ ਤੁਸੀਂ ਪ੍ਰੋਪਰਲੀ ਸਟੱਡੀ ਕਰੋਗੇ ਤਾਂ।
ਸੋ ਇਹ ਚੀਜ਼ਾਂ ਸਾਇੰਟਿਸਟ ਨੂੰ ਕਾਫੀ ਸਾਰੇ ਰਿਲੇਟ ਪਤਾ ਲੱਗੇ। ਸਿਮਿਲਰਲੀ ਜਿਹੜੇ ਨਿਊਕਲੀਅਸ ਹੈ, ਨਿਊਕਲੀਅਸ ਜਿਹੜੀ ਬਾਉਂਡਰੀ ਹੈ ਉਹਨੂੰ ਤੁਸੀਂ ਪ੍ਰੋਪਰਲੀ ਡਿਫਾਈਨ ਨਹੀਂ ਕਰ ਸਕਦੇ। ਇਸ ਕਰਕੇ ਨਿਊਕਲੀਅਸ ਦੇ ਵਿੱਚ ਕੀ ਹੋਏਗਾ, ਤੁਹਾਡੇ ਕੋਲ ਜਿਹੜੀ ਸਰਫੇਸ ਹੈ, ਸਰਫੇਸ ਜਿਹੜੀ ਹੈ ਉਹ ਆਟੋਮੈਟਿਕਲੀ ਡਿਫਿਊਜ਼ ਰਹਿੰਦੀ ਹੈ। ਇਸ ਕਰਕੇ ਤੁਹਾਡੀ ਡੈਂਸਿਟੀ ਹੌਲੀ ਹੌਲੀ ਸਲੋਲੀ ਤੁਹਾਡੇ ਕੋਲ ਐਕਸਪੋਨੈਂਸ਼ੀਅਲੀ ਡਿਕੇ ਕਰਦੀ ਹੈ ਐਂਡ ਦਿਸ ਇਜ਼ ਦੀ ਲਿਮਿਟ, ਜਿਸ ਤੋਂ ਬਾਅਦ ਤੁਹਾਡੇ ਕੋਲ ਰਿਪਲਸ਼ਨ ਸਟਾਰਟ ਹੋ ਜਾਂਦੀ ਹੈ। तो ਇਹ ਤੁਹਾਡੇ ਕੋਲ ਅਟਰੈਕਟਿਵ ਪੋਟੈਂਸ਼ੀਅਲ ਹੈ। ठीक है जी, अट्रैक्टिव पोटेंशियल मतलब कि ਤੁਹਾਡੇ ਕੋਲ 네ਗੇਟਿਵ ਆਏਗਾ। ਸੋ ਇਸ ਕੇਸ ਦੀ ਆਪਣੇ ਕੋਲ ਜਿਹੜੇ એનર્ਜੀ ਲੈਵਲਸ ਹੈ ਉਹ ਜਿਹੜੇ ਹੁੰਦੇ ਆ ਉਹ ਐਗਜ਼ਿਸਟ ਕਰਨਗੇ। ਸੋ ਅਗਰ ਤੁਸੀਂ ਸਿੰਪਲ ਹਾਰਮੋਨਿਕ ਪੋਟੈਂਸ਼ੀਅਲ ਦੀ ਗੱਲ ਕਰਦੇ ਹੋ, ਉਸ ਦੇ ਕੋਰਸਪੋਂਡਿੰਗ ਅਗਰ ਵੁਡਸ ਸੈਕਸ਼ਨ ਪੋਟੈਂਸ਼ੀਅਲ ਦੀ ਗੱਲ ਕਰੋਗੇ ਜਿਹੜਾ ਕਿ ਤੁਹਾਡੇ ਸਾਹਮਣੇ ਦਿੱਤਾ ਹੋਇਆ, ਤਾਂ ਉਸ ਕੇਸ ਦੇ ਵਿੱਚ ਆਪਣੇ ਕੋਲ ਕੀ ਆਏਗਾ, ਤੁਹਾਡੇ ਕੋਲ ਜਿਹੜੇ એનર્ਜੀ ਲੈਵਲ ਹੈ ਉਹ ਹਮੇਸ਼ਾ ਹੀ ਡਾਊਨਵਰਡ ਆਣਗੇ। ਸਪੋਜ਼ ਕਰੋ ਇਹ ਵਾਲਾ એનર્ਜੀ ਲੈਵਲ ਨੀਚੇ ਆ ਗਿਆ, ਇਹ ਵਾਲਾ ਹੋਰ ਲੈਵਲ ਆ ਗਿਆ, ਉੱਪਰ ਵਾਲਾ ਜਿਹੜਾ ਆਰਬਿਟਲ ਸੀਗਾ ਜਿਹੜਾ ਕਿ ਹਾਇਰ ਲੈਵਲ ਦੇ ਉੱਪਰ ਲਾਈ ਕਰ ਰਿਹਾ ਸੀ, ਮੈਂ ਨੈਕਸਟ ਸਲਾਈਡ ਦੇ ਵਿੱਚ ਦਿਖਾਵਾਂਗਾ ਤੁਹਾਨੂੰ ਕਿ ਉਹ ਕਾਫੀ ਜ਼ਿਆਦਾ ਨੀਚੇ ਆਣ ਲੱਗ ਜਾਂਦਾ ਹੈ। ਤੇ ਜਦੋਂ ਤੁਸੀਂ ਐਕਚੁਅਲ ਪੋਟੈਂਸ਼ੀਅਲ ਦੇ ਰੀਅਲਿਸਟਿਕ ਪੋਟੈਂਸ਼ੀਅਲ ਦੀ ਗੱਲ ਕਰੋਗੇ, ਜਿੱਥੇ ਤੁਹਾਡੇ ਕੋਲ ਇਨਫਿਨਿਟੀ ਨਹੀਂ ਹੈ, ਜਸਟ ਲਾਈਕ ਤੁਹਾਡੇ ਕੋਲ ਇਨਫਾਈਨਾਈਟ ਹਾਰਮੋਨਿਕ ਆਸੀਲੇਟਰ ਪੋਟੈਂਸ਼ੀਅਲ ਹੈ, ਉਹਦੀ ਕੋਈ ਲਿਮਿਟ ਹੀ ਨਹੀਂ ਹੈ ਵੀ ਇਨਫਿਨਿਟੀ ਤੱਕ ਜਾਂਦਾ ਹੈ, ਇਹਦਾ ਕੋਈ ਪੋਟੈਂਸ਼ੀਅਲ ਹੁੰਦਾ ਨਹੀਂ ਹੈ। ਬਿਕੋਜ਼ ਆਪਣੇ ਕੋਲ ਕੀ ਹੈ, ਨਿਊਕਲੀਅਸ ਹੈ, ਨਿਊਕਲੀਅਸ ਦੇ ਵਿੱਚ ਅਗਰ ਆਪਾਂ ਨੂੰ ਐਕਸਾਈਟੇਸ਼ਨ એનર્ਜੀ ਦੇਵਾਂਗੇ, ਕੁਝ ਵੈਲਿਊ ਪਾਵਾਂਗੇ ਉਹਦੇ ਵਿੱਚ એનર્ਜੀ ਦੀ, ਤਾਂ ਉਹਦੇ ਵਿੱਚ ਕੀ ਹੈ, ਪ੍ਰੋਟੋਨ ਵੀ ਬਾਹਰ ਆ ਸਕਦਾ ਹੈ, ਨਿਊਟਰੋਨ ਵੀ ਬਾਹਰ ਆ ਸਕਦਾ ਹੈ, ਅਲਫਾ ਪਾਰਟੀਕਲ, ਬੀਟਾ ਡਿਕੇ, ਅਲਫਾ ਡਿਕੇ ਹੋ ਸਕਦਾ ਹੈ, न्यूट्रॉन प्रोटॉन डिके हो सकता है, तो प्रोटॉन भी निकल सकता है, न्यूट्रॉन भी निकल सकता है, अल्फा बीटा, ये सारे पार्टिकल न्यूक्लियस विचों मिट हुंदे हैं। रेडियोएक्टिविटी ਤੁਹਾਨੂੰ ਪਤਾ ਹੈ ਕਿ ਵੈਲ ਨੋਨ ਹੈ। तो ये सारी प्रॉपर्टीज ਜਿਹੜੀਆਂ ਹੈ ਉਹ ਤੁਸੀਂ ਐਕਸਪਲੇਨ ਤਾਂ ਕਰ ਪਾਓਗੇ ਅਗਰ ਤੁਹਾਡੇ ਕੋਲ ਫਾਈਨਾਈਟ ਪੋਟੈਂਸ਼ੀਅਲ ਹੋਏਗਾ, ਸਿੰਗਲ ਪਾਰਟੀਕਲ ਦਾ ਫਾਈਨਾਈਟ ਪੋਟੈਂਸ਼ੀਅਲ ਹੋਏਗਾ। ਇਹ ਤੁਹਾਡੇ ਕੋਲ ਰॉय ਐਂਡ ਨਿਗਮ ਦੇ ਵਿੱਚ ਪ੍ਰੋਪਰਲੀ ਕਿਤੇ ਵੀ ਨਹੀਂ ਦਿੱਤਾ ਹੋਏਗਾ। ਸੋ ਕਿਤੇ ਨਾ ਕਿਤੇ 2 ਜਾਂ 4 ਲਾਈਨਾਂ ਦਿੱਤੀਆਂ ਹੋਣਗੀਆਂ ਜਿਹੜੀਆਂ ਕਿ ਐਸਸੀ ਵਰਮਾ ਨੇ ਜਾਂ ਮੈਂ ਤੁਹਾਨੂੰ ਪ੍ਰੋਪਰਲੀ ਦੱਸ ਰਿਹਾ। ਸੋ ਇਹ ਲਿਟਰੇਚਰ ਜਿਹੜਾ ਹੈ ਇਹ ਬੁੱਕਸ ਦੇ ਵਿੱਚ ਘੱਟ ਮਿਲਦਾ ਹੈ, ਲੇਕਿਨ ਇਹ ਸਾਇੰਟਿਫਿਕ ਲਿਟਰੇਚਰ ਜ਼ਿਆਦਾ ਹੈ। ਸੋ ਇਹ ਲਿਟਰੇਚਰ ਘੱਟ ਅਵੇਲੇਬਲ ਹੈ, ਤੁਹਾਨੂੰ 10-12 ਬੁੱਕਸ ਪੜ੍ਹਨ ਤੋਂ ਬਾਅਦ ਸ਼ਾਇਦ 4 ਚੀਜ਼ਾਂ ਪਤਾ ਲੱਗਣਗੀਆਂ। ठीक है जी, तो ये चीज़ां ਜਿਹੜੀਆਂ ਇਸ ਤਰ੍ਹਾਂ ਆਣਗੀਆਂ। ਉਸ ਤੋਂ ਬਾਅਦ ਇਹਨਾਂ ਨੇ ਗੱਲ ਕੀਤੀ ਹੋਈ ਹੈ ਬੇਟਾ, ਦੇਖੋ ਉਸ ਤੋਂ ਬਾਅਦ ਕੀ ਹੈ, ਅਗਰ ਤੁਹਾਡੇ ਕੋਲ ਜਿਸ ਤਰ੍ਹਾਂ ਸਟਰੈਂਥ ਦਾ ਫਰਕ ਹੈ, ਜਿਸ ਤਰ੍ਹਾਂ ਪੋਟੈਂਸ਼ੀਅਲ ਜਿਹੜਾ ਹੈ, ਪੋਟੈਂਸ਼ੀਅਲ ਦੇ ਵਿੱਚ ਜਿਹੜੀਆਂ ਆਰਬਿਟਲਸ ਹੈ, ਆਰਬਿਟਲ ਦੀ ਸਟਰੈਂਥ ਜਿਹੜੀ ਹੈ ਉਹ ਵੇਰੀ ਕਰੇਗੀ। ਤੁਹਾਡੇ ਕੋਲ ਆਰਬਿਟਲਸ ਦੀ ਜਿਹੜੀ ਅਰੇਂਜਮੈਂਟ ਹੈ ਇਹ ਕੌਣ ਡਿਸਾਈਡ ਕਰੇਗਾ, ਤੁਹਾਡਾ ਪੋਟੈਂਸ਼ੀਅਲ ਕਿਹੜਾ ਹੈ। ਸੋ ਸਪਿਨ ਆਰਬਿਟ ਕਪਲਿੰਗ ਜਿਹੜੀ ਹੈ ਬੇਟਾ, ਸਪਿਨ ਆਰਬਿਟ ਕਪਲਿੰਗ ਤੁਹਾਡੇ ਲੈਵਲਸ ਨੂੰ ਡਿਫਾਈਨ, ਤੁਹਾਡੇ ਮੈਜਿਕ ਨੰਬਰ ਡਿਸਾਈਡ ਕਰੇਗੀ ਕਿ 2, 8, 20, 50 ਜਾਂ ਫਿਰ 82 ਜਾਂ 126 ਆਣਗੇ। ਐਂਡ ਅਗਰ ਡਿਫਰੈਂਟ ਪੋਟੈਂਸ਼ੀਅਲ ਆਪਾਂ ਚੂਜ਼ ਕਰਦੇ ਹਾਂ, ਵੈਦਰ ਇਟ ਇਜ਼ ਇਨਫਾਈਨਾਈਟ ਸਕੇਲ ਵਾਲਾ ਪੋਟੈਂਸ਼ੀਅਲ, ਤਾਂ ਤੁਹਾਡੇ ਕੋਲ એનર્ਜੀ ਲੈਵਲ ਦਾ ਸੀਕੁਐਂਸ ਥੋੜਾ ਜਿਹਾ ਵੇਰੀ ਕਰੇਗਾ। ਜਸਟ ਲਾਈਕ ਹੇਅਰ ਤੁਹਾਡੇ ਕੋਲ ਲੋਅਰ ਲਾਈਂਗ ਲੈਵਲ ਜਿਹੜੇ ਹੋਣਗੇ ਉਹਨਾਂ ਦਾ ਸੀਕੁਐਂਸ ਸਾਰਿਆਂ ਦੇ ਵਿੱਚ ਬਰਾਬਰ ਹੋਏਗਾ, ਸੇਮ ਹੋਏਗਾ, ਲੇਕਿਨ ਹਾਇਰ ਲਾਈਂਗ ਲੈਵਲ ਜਿੱਥੇ ਤੁਹਾਡੇ ਕੋਲ એનર્ਜੀ ਡਿਫਰੈਂਸ ਘੱਟ ਹੋ ਜਾਏਗਾ, ਉਸ ਕੇਸ ਵਿੱਚ ਤੁਹਾਡੇ ਕੋਲ ਕੀ ਹੋਏਗਾ, એનર્ਜੀ ਲੈਵਲ ਸ਼ਿਫਟ ਹੋਣਗੇ, ਕਿਤੇ 2s ਉੱਪਰ ਚਲਾ ਗਿਆ, ਕਿਤੇ 3s 1d ਉੱਪਰ ਚਲਾ ਗਿਆ। ਸੋ ਇਸ ਕੇਸ ਦੇ ਵਿੱਚ ਕੀ ਹੈ, 1d5/2 ਐਂਡ 1d3/2। ਅਗਰ ਹਾਰਮੋਨਿਕ ਆਸੀਲੇਟਰ ਪੋਟੈਂਸ਼ੀਅਲ ਲੈ ਕੇ ਚੱਲੋਗੇ ਤਾਂ 1d5/2 ਐਂਡ 1d3/2 ਆਏਗਾ, ਲੇਕਿਨ ਅਗਰ ਤੁਹਾਡੇ ਕੋਲ ਗੁੱਡ ਸੈਕਸ਼ਨ ਪੋਟੈਂਸ਼ੀਅਲ ਲੈ ਕੇ ਚੱਲੋਗੇ ਤਾਂ 2s ਹੋ ਸਕਦਾ ਉੱਪਰ ਨਿਕਲ ਜਾਏ। ਤਾਂ ਕਿਤੇ ਨਾ ਕਿਤੇ ਤੁਹਾਡੇ ਕੋਲ ਵੇਰੀਏਸ਼ਨ ਜ਼ਰੂਰ ਆਏਗੀ ਅਗਰ ਤੁਸੀਂ ਪੋਟੈਂਸ਼ੀਅਲ ਨੂੰ ਚੂਜ਼ ਕਰੋਗੇ। ਸੋ ਕਿਹੜਾ ਪੋਟੈਂਸ਼ੀਅਲ ਕਿੱਥੇ ਕਿਹੜੇ ਰੀਜਨ 'ਚ ਕੰਮ ਆਉਂਦਾ ਹੈ ਉਹ ਤੁਹਾਡੀ ਐਕਸਪੈਰੀਮੈਂਟਲ ਰਿਜ਼ਲਟ ਤੋਂ ਨਾਲ ਕੰਪੈਰੀਜ਼ਨ ਤੋਂ ਬਾਅਦ ਹੀ ਤੁਹਾਨੂੰ ਪਤਾ ਲੱਗੇਗਾ। ਸੋ ਨਿਊਕਲੀਅਰ ਫਿਜ਼ਿਕਸ ਦੇ ਵਿੱਚ ਇੱਕ ਚੀਜ਼ ਜ਼ਰੂਰੀ ਹੈ, ਅਗਰ ਤੁਸੀਂ ਕੋਈ ਥਿਊਰੀ ਡਿਜ਼ਾਈਨ ਕਰ ਰਹੇ ਹੋ ਤਾਂ ਉਹਦਾ ਐਕਸਪੈਰੀਮੈਂਟਲ ਪ੍ਰੂਫ ਹੋਣਾ ਚਾਹੀਦਾ ਹੈ। ਇਹ ਨਹੀਂ ਹੈ ਕਿ ਤੁਸੀਂ ਕੁਝ ਵੀ ਕਰੀ ਜਾਓ। ਠੀਕ ਹੈ ਜੀ, ਸੋ ਥਿਊਰੀ ਨੂੰ ਨਿਊਕਲੀਅਰ ਫਿਜ਼ਿਕਸ ਵਿੱਚ ਤਾਂ ਹੀ ਮੰਨਿਆ ਜਾਂਦਾ ਹੈ ਅਗਰ ਨਾਲ ਦੀ ਨਾਲ ਉਹਦੀ ਐਕਸਪੈਰੀਮੈਂਟਲ ਪ੍ਰੂਫ ਵੀ ਮਿਲਦੇ ਆ। ਸੋ ਥਿਊਰੀ ਕੱਲੀ ਨਹੀਂ ਆਉਂਦੀ ਜਾਂ ਐਕਸਪੈਰੀਮੈਂਟ ਕੱਲਾ ਨਹੀਂ ਆਉਂਦਾ, ਹਮੇਸ਼ਾ ਹੀ ਥਿਓਰੈਟੀਕਲ ਐਂਡ ਜਿਹੜੀ ਪ੍ਰੈਕਟੀਕਲ ਇੰਟਰਪ੍ਰੀਟੇਸ਼ਨ ਹੈ ਉਹ ਸਾਈਡ ਬਾਈ ਸਾਈਡ ਐਗਜ਼ਿਸਟ ਕਰਦੀ ਹੈ। ਸੋ ਇਹਦੇ ਵਿੱਚ ਇਸ ਫਿਗਰ ਦੇ ਵਿੱਚ ਇਹ ਵਾਲੀ ਚੀਜ਼ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਠੀਕ ਹੈ, ਉਸ ਤੋਂ ਬਾਅਦ ਬੇਟਾ ਆਉਂਦਾ ਹੈ ਕਿ ਉਹਨਾਂ ਨੇ ਕੀ ਕੀਤਾ ਹੋਇਆ, ਆਪਣੇ ਕੋਲ ਇਹ ਜਿਹੜੇ ਥੋੜੀ ਪਿਕਚਰ ਨੂੰ ਵੱਡਾ ਕਰਕੇ ਦਿਖਾਇਆ ਗਿਆ, ਜਿਹੜੇ 1d5/2, 1d3/2, 2s1/2। ਸੋ ਅਗਰ ਮਾਸ ਨੰਬਰ ਲੈਸ ਦੈਨ 50 ਹੈ ਤਾਂ ਇਹ ਵਾਲਾ ਸੀਕੁਐਂਸ ਹੋਏਗਾ, ਤਾਂ ਅਗਰ ਮਾਸ ਤੁਹਾਡਾ ਵੱਧ ਗਿਆ ਤਾਂ ਉਹਦੇ ਵਿੱਚ ਕੀ ਹੋਏਗਾ ਬੇਟਾ, ਤੁਹਾਡੀ ਜਿਹੜਾ ਪੋਟੈਂਸ਼ੀਅਲ ਹੈ ਪੋਟੈਂਸ਼ੀਅਲ ਥੋੜਾ ਜਿਹਾ ਫਰਕ ਪਾਏਗਾ। ਬਿਕੋਜ਼ ਜਿੰਨਾ ਨਿਊਕਲੀਅਸ ਬਲਕੀ ਹੋਏਗਾ ਉਹਦੀ ਕੋਰਸਪੋਂਡਿੰਗ ਉਹਦਾ ਪੋਟੈਂਸ਼ੀਅਲ ਵੀ એનર્ਜੀ ਵੀ ਚੇਂਜ ਕਰੇਗੀ। ਸੋ ਪੋਟੈਂਸ਼ੀਅਲ એનર્ਜੀ 1/r ਦੇ ਉੱਪਰ ਡਿਪੈਂਡ ਕਰਦੀ ਹੈ, ਇਸ ਕਰਕੇ ਤੁਹਾਡੇ ਕੋਲ ਬਹੁਤ ਚੀਜ਼ਾਂ ਦਾ ਫਰਕ ਪਏਗਾ। ਕੂਲਮ ਰਿਪਲਸ਼ਨ ਵੀ ਤੁਹਾਡੀ ਬਹੁਤ ਜ਼ਿਆਦਾ ਟੈਕਲ ਕਰੇਗੀ। ਕੂਲਮ ਰਿਪਲਸ਼ਨ ਕੀ ਹੈ ਬੇਟਾ, ਬਿਕੋਜ਼ ਅਗਰ ਨਿਊਕਲੀਅਸ ਦਾ ਸਾਈਜ਼ ਵਧੇਗਾ ਤਾਂ ਕੀ ਹੋ ਜਾਏਗਾ, ਨੰਬਰ ਆਫ ਪ੍ਰੋਟੋਨਸ ਵੀ ਵਧਣਗੇ। ਸੋ ਪ੍ਰੋਟੋਨਸ ਵਧਣਗੇ, ਐਟੋਮਿਕ ਮਾਸ ਵਧੇਗਾ, ਉਹਦੇ ਨਾਲ ਕੀ ਹੋਏਗਾ, ਕੂਲਮ ਰਿਪਲਸ਼ਨ ਜ਼ਿਆਦਾ ਟੇਕ ਕੇਅਰ ਕਰਨੀ ਸ਼ੁਰੂ ਕਰ ਦੇਗੀ, ਜ਼ਿਆਦਾ ਹੋਣੀ ਸ਼ੁਰੂ ਕਰ ਦੇਗੀ। ਅਗਰ ਨਿਊਟਰੋਨਸ ਘੱਟ ਨੇ ਤਾਂ ਕੂਲਮ ਰਿਪਲਸ਼ਨ ਜ਼ਿਆਦਾ ਹੈ ਤਾਂ ਨਿਊਕਲੀਅਸ ਅਨਸਟੇਬਲ ਹੋ ਜਾਏਗਾ। ਸੋ ਨੇਚਰ ਵਿੱਚ ਐਗਜ਼ਿਸਟ ਕਰਨਾ ਉਹਦੇ ਲਈ ਮੁਸ਼ਕਿਲ ਹੋ ਜਾਏਗਾ। ਇਸ ਕਰਕੇ ਜੇ ਅਗਰ ਨਿਊਕਲੀਅਸ ਦੇ ਵਿੱਚ ਹਮੇਸ਼ਾ ਹੀ ਨਿਊਟਰਨ ਨੰਬਰ ਘੱਟ ਹੁੰਦਾ ਹੈ, ਹਮੇਸ਼ਾ ਹੀ ਨਿਊਟਰਨ ਨੰਬਰ ਜ਼ਿਆਦਾ ਹੁੰਦਾ ਹੈ ਐਂਡ ਪ੍ਰੋਟੋਨ ਨੰਬਰ ਘੱਟ ਹੁੰਦਾ ਹੈ। ਸੋ ਅਗਰ ਤੁਹਾਡੇ ਕੋਲ ਨਿਊਕਲੀਅਸ ਹੈਵੀ ਹੈ ਤਾਂ n will be far greater than z। अगर ਤੁਹਾਡੇ ਕੋਲ ਨਿਊਕਲੀਅਸ ਲਾਈਟ ਹੈ, ਲੈਸ ਦੈਨ ਮਾਸ ਨੰਬਰ 50 ਹੈ, ਤਾਂ n will almost be equal to z, just like sodium 23। ਉਹਦੇ ਵਿੱਚ ਕੀ ਹੈ, ਐਟੋਮਿਕ ਨੰਬਰ 11 ਹੈ, ਨੰਬਰ ਆਫ ਪ੍ਰੋਟੋਨਸ 11 ਹੋ ਗਏ, ਤਾਂ ਨੰਬਰ ਆਫ ਨਿਊਟਰੋਨਸ 12 ਹੋ ਗਏ। ਸੋ ਜਸਟ ਲਾਈਕ ਦੈਟ।
ठीक है जी। आयरन ਦੇ ਵਿੱਚ ਤੁਸੀਂ ਕੀ ਕਰਦੇ ਹੋ, ਆਇਰਨ 56 ਹੈ, ਐਟੋਮਿਕ ਨੰਬਰ ਕਿੰਨਾ ਹੋ ਗਿਆ 26। ਉਸ ਕੇਸ ਦੇ ਵਿੱਚ ਕਿੰਨਾ ਆ ਗਿਆ ਬੇਟਾ, ਨੰਬਰ ਆਫ ਪ੍ਰੋਟੋਨਸ 26 ਹੋ ਗਏ ਐਂਡ ਨੰਬਰ ਆਫ ਨਿਊਟਰੋਨਸ ਤੁਹਾਡੇ ਕੋਲ ਆਲਮੋਸਟ 30 ਦੇ ਰਾਉਂਡ ਹੋ ਗਏ। ਉਹ ਤੁਹਾਡੇ ਕੋਲ ਜਿਹੜਾ ਡਿਫਰੈਂਸ ਹੈ ਉਹ ਦਿਖਣ ਲੱਗ ਜਾਏਗਾ। ਤੇ ਸੋਡੀਅਮ ਦੇ ਵਿੱਚ 12 11 ਦਾ ਕੰਬੀਨੇਸ਼ਨ ਹੈ ਐਂਡ ਉਸ ਤੋਂ ਬਾਅਦ ਆਇਰਨ ਦੇ ਵਿੱਚ 30 ਐਂਡ 26 ਦਾ ਕੰਬੀਨੇਸ਼ਨ ਹੈ। ਸੋ ਜਿੱਦਾਂ ਜਿੱਦਾਂ ਤੁਹਾਡਾ ਮਾਸ ਨੰਬਰ ਵੱਧਦਾ ਜਾਏਗਾ ਉਸ ਦੇ ਅਕੋਰਡਿੰਗ ਤੁਹਾਡੇ ਕੋਲ ਨੰਬਰ ਆਫ ਨਿਊਟਰੋਨਸ ਜ਼ਿਆਦਾ ਵਧਣਗੇ ਐਸ ਕੰਪੇਅਰ ਟੂ ਪ੍ਰੋਟੋਨਸ, ਬਿਕੋਜ਼ ਤੁਹਾਡੀ ਕੋਲ ਕੂਲਮ ਰਿਪਲਸ਼ਨ ਜਿਹੜੀ ਹੈ ਪ੍ਰੋਬਲਮ ਕ੍ਰੀਏਟ ਕਰੇਗੀ ਐਂਡ ਤੁਹਾਡੇ ਕੋਲ એનર્ਜੀ ਲੈਵਲਸ ਜਿਹੜੇ ਇੰਟਰਚੇਂਜ ਹੋ ਸਕਦੇ ਆ। ਤੇ ਐਸ ਆਰਬਿਟਲ ਉੱਪਰ ਜਾ ਸਕਦੀ ਹੈ, ਡੀ ਆਰਬਿਟਲ ਨੀਚੇ ਆ ਸਕਦੀ ਹੈ, ਜੋ ਡਿਪੈਂਡਿੰਗ ਔਨ ਦੀ ਨਿਊਕਲੀਅਰ ਰੇਡੀਅਸ ਐਂਡ ਯੂਅਰ ਚੂਜ਼ਨ ਪੋਟੈਂਸ਼ੀਅਲ। ਉਸ ਤੋਂ ਬਾਅਦ ਬੇਟਾ ਇਹਨਾਂ ਨੇ ਪੋਟੈਂਸ਼ੀਅਲ ਵਗੈਰਾ ਡਰਾ ਕੀਤੇ ਹੋਏ ਹੈ। ਅਗਰ ਦੇਖੋ ਹੁਣ ਪ੍ਰੋਟੋਨ ਦੀ ਪੋਟੈਂਸ਼ੀਅਲ ਵੱਖਰਾ ਹੈ, this is proton, sorry this is neutron, neutron ਦੇ ਕਰਕੇ ਕੀ ਹੈ ਬੇਟਾ, ਉਸ ਤੋਂ ਬਾਅਦ ਕੀ ਹੈ ਪ੍ਰੋਟੋਨ। ਪ੍ਰੋਟੋਨ ਦੇ ਵਿੱਚ ਕੀ ਹੋਏਗਾ, ਕੂਲਮ ਰਿਪਲਸ਼ਨ ਹੋਏਗੀ। ਕੂਲਮ ਰਿਪਲਸ਼ਨ ਜਿਹੜੀ ਹੈ ਕੂਲਮ ਟਰਮ ਆਏਗੀ ਬੇਟਾ, ਕੂਲਮ ਟਰਮ ਤਾਂ ਹਮੇਸ਼ਾ ਹੀ ਪੋਜ਼ਿਟਿਵ ਹੁੰਦੀ ਹੈ, ਇਸ ਕਰਕੇ ਕੀ ਹੋਏਗਾ ਇਹ ਤੁਹਾਡੇ ਪੋਟੈਂਸ਼ੀਅਲ ਨੂੰ ਰਾਈਜ਼ ਕਰ ਦੇਗੀ। ਇਸ ਕਰਕੇ ਇਹ ਵਾਲੀ ਨਿਊਟਰੋਨ ਦੀ ਆਰਬਿਟਲ ਹੈ, ਨਿਊਟਰੋਨ ਦਾ ਜਿਹੜਾ ਪੋਟੈਂਸ਼ੀਅਲ ਵਾਲੀ ਲੋਅਰ ਲਿਮਿਟ ਹੈ 50 MeV ਹੈ, ਉਹ ਹਮੇਸ਼ਾ ਅਪ ਚੱਕੀ ਜਾਏਗੀ ਐਂਡ ਜਿਹੜਾ ਸਾਈਡ ਹੈ ਐਂਡ ਵਾਲੀ ਸਾਈਡ ਹੈ ਉੱਥੇ ਵੀ ਤੁਹਾਡੇ ਕੋਲ ਪ੍ਰੋਬਲਮ ਐਗਜ਼ਿਸਟ ਕਰੇਗੀ ਬਿਕੋਜ਼ ਆਫ ਦੀ ਪ੍ਰੋਟੋਨਸ। ਠੀਕ ਹੈ ਜੀ। ਸੋ ਐਂਡ ਵਾਲੀ ਜਿਹੜੀ ਲਿਮਿਟ ਹੈ ਉਹ ਥੋੜੀ ਜਿਹੀ ਉੱਪਰ ਚੱਕੀ ਜਾਂਦੀ ਹੈ। ਸੋ ਇਸ ਕਰਕੇ ਜਿਹੜਾ ਪੋਟੈਂਸ਼ੀਅਲ ਹੈ ਨਿਊਟਰੋਨ ਲਈ ਵੀ ਅਲੱਗ ਹੋਏਗਾ ਐਂਡ ਪ੍ਰੋਟੋਨਸ ਦੇ ਲਈ ਅਲੱਗ ਹੋਏਗਾ। ਇਸੇ ਕਰਕੇ ਨਿਊਟਰੋਨ ਐਂਡ ਜਿਹੜਾ ਪ੍ਰੋਟੋਨ ਦੀ ਜਿਹੜੀ ਫੀਲਿੰਗ ਹੈ ਉੱਥੇ ਨਾ ਕਿਤੇ ਤੁਹਾਡੇ ਕੋਲ ਡਿਫਰੈਂਸ ਹਮੇਸ਼ਾ ਅਰਾਈਜ਼ ਕਰਦਾ ਹੈ। ਸੋ ਇਹ ਚੀਜ਼ਾਂ ਆਲਰੇਡੀ ਡਿਸਕਸ ਕੀਤੀਆਂ ਹੋਈਆਂ ਬੇਟਾ। ਠੀਕ ਹੈ ਜੀ। ਇਹਦੇ ਵਿੱਚ ਆਪਾਂ ਡਿਸਕਸ ਕੀਤਾ ਹੋਇਆ ਕਿ ਆਪਣੇ ਕੋਲ ਜਿਹੜੀ ਆਰਬਿਟਲ ਹੈ 1s ਜਿਹੜੀ ਹੈ ਉਹ 1s1/2 ਨੂੰ ਕੋਰਸਪੋਂਡ ਕਰੇਗੀ ਬਿਕੋਜ਼ ਸਪਲਿਟਿੰਗ ਹੈ, ਹਾਈਪਰਫਾਈਨ ਸਪਲਿਟਿੰਗ ਹੋ ਜਾਂਦੀ ਹੈ ਨਿਊਕਲੀਅਸ ਅੰਦਰ। 1p ਆਰਬਿਟਲ ਜਿਹੜੀ ਹੈ 1p 3/2 ਦੇ ਬਰਾਬਰ ਹੋ ਜਾਏਗੀ, 1p 1/2 ਦੇ ਬਰਾਬਰ ਹੋ ਜਾਏਗੀ। ਸੋ ਇਹ ਸਾਰੀਆਂ ਚੀਜ਼ਾਂ ਲਗਾਤਾਰ ਚੱਲਦੀਆਂ ਹੀ ਰਹਿਣਗੀਆਂ। ਕਲੀਅਰ। ਸੋ ਇਹ ਚੀਜ਼ਾਂ ਡਿਸਕਸ ਕੀਤੀਆਂ ਹੋਈਆਂ। ਉਸ ਤੋਂ ਬਾਅਦ ਬੇਟਾ ਆ ਜਾਂਦਾ ਹੈ, ਉਹਨਾਂ ਨੇ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ ਕਿ ਜਿਹੜੇ એનર્ਜੀ ਲੈਵਲ ਹੈ ਲੋਐਸਟ ਐਕਸਾਈਟਡ ਸਟੇਟ ਨੀਚੇ ਹੋਏਗੀ, ਉਸ ਤੋਂ ਬਾਅਦ ਹਾਇਰ ਐਕਸਾਈਟਡ ਸਟੇਟ ਆਦੀ ਜਾਏਗੀ। ਸੋ ਜਿਹੜਾ ਪ੍ਰੋਟੋਨ ਹੈ ਪ੍ਰੋਟੋਨ ਵਾਲੀ ਸਾਈਡ ਐਕਸਾਈਟਡ ਸਟੇਟ ਹਮੇਸ਼ਾ ਉੱਪਰ ਸ਼ੁਰੂ ਹੋਏਗੀ ਐਂਡ ਨਿਊਟਰੋਨ ਜਿਹੜੀ ਫੀਲਿੰਗ ਹੈ ਉਹ ਨੀਚੇ ਹੋਏਗੀ। ਇਸੇ ਕਰਕੇ ਨੰਬਰ ਆਫ ਨਿਊਟਰੋਨਸ ਹਮੇਸ਼ਾ ਹੀ ਜ਼ਿਆਦਾ ਹੋਣਗੇ ਐਂਡ ਫੀਲਿੰਗ ਵਿਲ ਬੀ ਆਲਮੋਸਟ ਅਪ ਟੂ ਅ ਪਾਰਟਿਕੂਲਰ ਲੈਵਲ। ਪੌਲੀ ਐਕਸਕਲੂਜਨ ਪ੍ਰਿੰਸੀਪਲ ਓਬੇ ਕਰਨਾ ਜ਼ਰੂਰੀ ਹੈ। ਇਸ ਕਰਕੇ ਆਪਣੇ ਕੋਲ ਨਿਊਟਰੋਨ ਨੀਚੇ ਸਟਾਰਟ ਹੋਣਗੇ, ਪ੍ਰੋਟੋਨ ਹਮੇਸ਼ਾ ਉੱਪਰੋਂ ਸਟਾਰਟ ਕਰਨਗੇ। ਸੋ ਨਿਊਟਰੋਨ ਦੇ ਲੈਵਲ ਘੱਟ ਫਿਲ ਹੋਣਗੇ, ਪ੍ਰੋਟੋਨਸ ਦੇ ਲੈਵਲ ਜ਼ਿਆਦਾ ਫਿਲ ਹੋਣਗੇ। ਸੋ ਮੀਨਸ number of neutrons will be larger as compared to number of protons। तो nuclear radius ਜਿਹੜਾ ਹੈ ਉਹ ਕਾਫੀ ਜ਼ਿਆਦਾ ਇਸ ਚੀਜ਼ ਦੇ ਵਿੱਚ ਹੈਲਪ ਕਰੇਗਾ। ਸੋ ਆਈ ਹੋਪ ਤੁਹਾਨੂੰ ਚੀਜ਼ਾਂ ਕਲੀਅਰ ਹੋਣੀਆਂ ਚਾਹੀਦੀਆਂ ਬੇਟਾ। ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਬੇਟਾ ਇਹਦੇ ਵਿੱਚ ਦਿੱਤਾ ਹੋਇਆ ਹੈ ਆ ਦੇਖੋ ਬੇਟਾ ਕੂਲਮ ਪੋਟੈਂਸ਼ੀਅਲ ਲਿਖਿਆ ਹੋਇਆ, ਕੂਲਮ એનર્ਜੀ Z into E square divided by 4 pi epsilon naught into R 3 divided by 2 1/2 R by capital R raised to power square। ਸੋ ਤੁਸੀਂ ਲੈਕਚਰ ਨੂੰ ਸੁਣੋਗੇ ਤਾਂ ਤੁਹਾਨੂੰ ਪ੍ਰੋਪਰਲੀ ਚੀਜ਼ਾਂ ਪਤਾ ਲੱਗ ਜਾਣਗੀਆਂ। ਸੋ R is less than R। ਸੋ ਦ ਨਿਊਕਲੀਅਰ ਰੇਡੀਅਸ ਦੇ ਵਿੱਚ ਅਗਰ ਤੁਹਾਡੇ ਕੋਲ R ਜਿਹੜਾ ਡਿਸਟੈਂਸ ਨਿਊਕਲੀਅਰ ਰੇਡੀਅਸ ਤੋਂ ਘੱਟ ਹੈ ਤੁਹਾਡੇ ਕੋਲ ਲੈਵਲ ਜਿਹੜੇ ਆ ਉਹ ਇੰਟਰਚੇਂਜ ਕਰ ਸਕਦੇ ਆ ਕੂਲਮ ਰਿਪਲਸ਼ਨ ਕਰਕੇ। ਕੂਲਮ ਰਿਪਲਸ਼ਨ ਕਰਕੇ ਤੁਹਾਡੇ ਕੋਲ ਕਾਫੀ ਸਾਰੇ ਫੈਕਟਰ ਆਣਗੇ। BC is inversely proportional to R radius। ਜਿੰਨਾ ਘੱਟ ਰੇਡੀਅਸ ਹੋਏਗਾ, ਜਿੰਨਾ ਛੋਟਾ ਨਿਊਕਲੀਅਸ ਹੋਏਗਾ, ਕੂਲਮ ਰਿਪਲਸ਼ਨ ਉਨੀ ਜ਼ਿਆਦਾ ਹੋ ਜਾਏਗੀ। ਠੀਕ ਹੈ ਜੀ। ਠੀਕ ਹੈ ਸੋਰੀ, ਜਿੰਨਾ ਜ਼ਿਆਦਾ ਰੇਡੀਅਸ ਹੋਏਗਾ ਉਨੀ ਕੂਲਮ ਰਿਪਲਸ਼ਨ ਘਟ ਜਾਏਗੀ। ਠੀਕ ਹੈ। ਸੋ ਇਹ ਚੀਜ਼ ਲਿਖੀ ਹੋਈ ਹੈ ਬੇਟਾ। ਉਸ ਤੋਂ ਬਾਅਦ ਅਗਲੀ ਚੀਜ਼ ਆ ਜਾਂਦੀ ਹੈ ਬੇਟਾ ਆਪਣੇ ਕੋਲ ਜਿਹੜੀ ਹੁੰਦੀ ਹੈ ਕਿ ਸ਼ੈਲ ਮਾਡਲ ਕਿਹੜੀ ਚੀਜ਼ ਐਕਸਪਲੇਨ ਕਰ ਸਕਦਾ ਹੈ। ਸੋ ਸ਼ੈਲ ਮਾਡਲ ਕੀ ਐਕਸਪਲੇਨ ਕਰਦਾ, ਉਹਦੇ ਵਿੱਚ ਜਿਹੜੀ ਫਸਟ ਟਰਮ ਹੈ ਸ਼ੈਲ ਮਾਡਲ ਐਕਸਪਲੇਨਸ ਸਪਿਨ ਐਂਡ ਪੈਰਿਟੀ ਆਫ ਨਿਊਕਲੀਆਈ ਇਨ ਦੀ ਗਰਾਊਂਡ ਸਟੇਟ। ਸੋ ਸਪਿਨ ਐਂਡ ਪੈਰਿਟੀ ਨੂੰ ਕਿਸ ਤਰ੍ਹਾਂ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਬੇਟਾ, ਦੈਟ ਇਜ਼ ਰਿਪਰੈਜ਼ੈਂਟਡ ਬਾਈ J ਆਫ ਪਾਈ ਦੇ ਨਾਲ ਰਿਪਰੈਜ਼ੈਂਟ ਕੀਤਾ ਜਾਏਗਾ। ਸੋ ਈਵਨ ਨਿਊਕਲੀਅਸ ਕੀ ਹੋਏਗਾ, ਜਿੰਨੇ ਵੀ ਨਿਊਕਲੀਅਸ ਹੈ ਨਿਊਕਲੀਅਸ ਹੈ ਜਿਹੜੇ ਕਿ ਈਵਨ ਹੈ, ਮਤਲਬ ਨੰਬਰ ਆਫ ਪ੍ਰੋਟੋਨਸ ਐਂਡ ਨੰਬਰ ਆਫ ਨਿਊਟਰੋਨਸ ਦੋਨਾਂ ਦੇ ਵਿਚਕਾਰ ਈਵਨ ਹੈ ਜਸਟ ਲਾਈਕ ਆਇਰਨ। तो उन्होंने ग्राउंड स्टेट की होएगी 0 प्लस के बराबर हो जाएगी बिकॉज अगर अपने को इवन न्यूक्लियस है ऑल दी न्यूक्लियॉन्स विल बी पेयर्ड अप। तो सिंपल रूल है जिन्हें भी न्यूक्लियर है एक स्पिन ऑर्बिट स्पिन ਅਸੀਂ क्लॉकवाइज ਵਿੱਚ ਘੁੰਮੇਗਾ, ਇੱਕ ਐਂਟੀ क्लॉकवाइज मतलब ਇੱਕ ਦਾ स्पिन ਜਿਹੜਾ ਹੋਏਗਾ प्लस हाफ होएगा, ਇੱਕ ਦਾ ਜਿਹੜਾ स्पिन होएगा माइनस हाफ होएगा। तो अल्टीमेटली अपने को ਜਿਹੜੀ स्पिन पैरिटी हो जाएगी, स्पिन will be 0 and पैरिटी will be plus। सो L if L is equal मेरा थंब रूल ਕੀ ਹੈ ਲਿਖਣ ਦਾ, ਮਾਈਨਸ ਜਿਹੜੇ ਪੈਰਿਟੀ ਕੱਢਣ ਦਾ, ਪੈਰਿਟੀ ਕੱਢਣ ਦੇ ਲਈ -1 ਰੇਜ਼ ਟੂ ਪਾਵਰ L ਦੇ ਲਿਖਿਆ ਜਾਂਦਾ ਹੈ। ਸੋ ਪਲੀਜ਼ ਆਪਣੀ ਕਾਪੀ ਦੇ ਉੱਪਰ ਨੋਟ ਡਾਊਨ ਕਰ ਲਿਓ, ਇਹਨਾਂ ਨੇ ਨੋਟਸ ਲੈਕਚਰ ਦੇ ਵਿੱਚ ਨਹੀਂ ਐਕਸਪਲੇਨ ਕੀਤਾ ਹੋਇਆ। ਸੋ ਪੈਰਿਟੀ ਕੱਢਣ ਦਾ ਰੂਲ ਕੀ ਹੈ, पाई is equal to -1 raised to power L ਦੇ ਬਰਾਬਰ ਹੁੰਦਾ ਹੈ। ਸੋ ਅਗਰ L ਤੁਹਾਡਾ ਈਵਨ ਹੋ ਗਿਆ ਸਪੋਜ਼ ਕਰੋ L is equal to 2 ਹੋ ਗਿਆ just like d orbital, ਤਾਂ -1 raised to power 2 ਤੁਹਾਡੇ ਕੋਲ ਪੈਰਿਟੀ ਕੀ ਆ ਜਾਏਗੀ ਬੇਟਾ
प्लस आ जाएगी। सो अगर ਤੁਹਾਡੇ ਕੋਲ l odd ਹੋ ਗਿਆ just like p orbital ਤਾਂ parity ਕੀ ਹੋ ਜਾਏਗੀ -1 raised to power 1, it will turn out to be odd quantity। so p orbital ਕੀ ਹੋ ਗਿਆ negative parity, d orbital ਹੋ ਗਿਆ ਤੁਹਾਡੇ ਕੋਲ positive parity। so f orbital negative parity and g orbital ਤੁਹਾਡੇ ਕੋਲ positive parity। so ਇਸੇ ਤਰ੍ਹਾਂ l is equal to 0 ਹੋ ਗਿਆ -1 raised to power 0, it will be equal to 1। so s orbital ਦੀ parity ਕੀ ਹੋ ਜਾਏਗੀ ਬੇਟਾ plus ਹੋ ਜਾਏਗੀ। so ਇਸੇ ਤਰ੍ਹਾਂ even ਨਿਊਕਲੀਅਸ ਜਿੰਨੇ ਵੀ ਹੈ ਉਹ ਸਾਰੇ ਦੇ ਸਾਰੇ ਜਿਹੜੇ ਜਿੰਨੇ ਕਿ ਜਿਹੜੇ ਦੇ ਵਿਚਕਾਰ ਨਿਊਕਲੀਅਸ ਕੀ ਹੈ even ਨੰਬਰ 'ਚ ਐਗਜ਼ਿਸਟ ਕਰਦੇ ਆ ਤੇ ਸਾਰੇ ਦੇ ਸਾਰੇ ਨਿਊਕਲੀਅਸ ਆਪਸ ਦੇ ਵਿੱਚ ਪੇਅਰ ਅਪ ਕਰਕੇ ਫਾਈਨਲੀ ਰਿਜ਼ਲਟਿੰਗ ਤੁਹਾਡੇ ਕੋਲ ਜਿਹੜੇ ਨਿਊਕਲੀਅਸ ਹੋਣਗੇ ਅਲਟੀਮੇਟਲੀ ਤੁਹਾਡੇ ਕੋਲ ਨੈਟ ਮੈਗਨੈਟਿਕ ਮੂਵਮੈਂਟ 0 ਹੋਏਗੀ, ਸਪਿਨ ਨੈਟ ਸਪਿਨ 0 ਹੋਏਗੀ, ਟੋਟਲ ਐਂਗੂਲਰ ਮੋਮੈਂਟਮ ਤੁਹਾਡੇ ਕੋਲ 0 ਹੋਏਗਾ। ਸੋ ਈਵਨ ਨਿਊਕਲੀਅਸ ਦੀ ਗਰਾਊਂਡ ਸਟੇਟ 0 ਪਲੱਸ ਹੋਏਗੀ, ਗਰਾਊਂਡ ਸਟੇਟ ਐਗਜ਼ਿਸਟ ਕਰੇਗੀ ਐਂਡ ਇਹ ਹਰ ਜਗ੍ਹਾ ਦੇਖਿਆ ਗਿਆ, ਇਹਦੇ ਐਕਸਪੈਰੀਮੈਂਟਲ ਪ੍ਰੂਫ ਮਿਲੇ ਹੋਏ ਆ ਹਰ ਚੀਜ਼ ਦੇ ਵਿੱਚ ਐਂਡ ਅਲਟੀਮੇਟਲੀ ਤੁਹਾਡੇ ਕੋਲ ਜਿਹੜੇ ਈਵਨ ਨਿਊਕਲੀਅਸ ਹੈ ਉਹ ਜ਼ਿਆਦਾ ਸਟੇਬਲ ਹੁੰਦੇ ਮੋਸਟ ਆਫ ਦੀ ਟਾਈਮ। ਇਹ ਚੀਜ਼ ਤੁਹਾਨੂੰ ਆਲਰੇਡੀ ਪਤਾ ਹੈ। ਉਸ ਤੋਂ ਬਾਅਦ ਲਿਖਿਆ ਹੋਇਆ ਬੇਟਾ ਸਪਿਨ ਪੈਰਿਟੀ ਆਫ ਨਿਊਕਲੀਅਸ ਇਨ ਦੀ ਗਰਾਊਂਡ ਸਟੇਟ। ਸੋ ਸਪਿਨ ਆਫ ਦੀ ਨਿਊਕਲੀਅਸ ਟੋਟਲ ਐਂਗੂਲਰ ਮੋਮੈਂਟਮ ਕੀ ਹੈ L1 ਹੋ ਗਿਆ, L odd ਹੋ ਗਿਆ, ਈਵਨ ਨਿਊਕਲੀਅਸ ਇਹ ਚੀਜ਼ਾਂ ਲਿਖ ਦਿੱਤੀਆਂ। ਸੋ ਉਹਨਾਂ ਨੇ ਕਾਫੀ ਸਾਰੀ ਐਗਜ਼ਾਮਪਲ ਐਕਸਪਲੇਨ ਕੀਤੀਆਂ ਹੋਈਆਂ ਨਿਊਕਲੀਅਸ ਦੇ ਵਿੱਚ ਸਪਿਨ ਕਿਸ ਤਰ੍ਹਾਂ ਅਰੇਂਜ ਕੀਤੀ ਜਾਏਗੀ। ਸੋ ਇਹ ਵਾਲੀ ਜਿਹੜੀ ਡਾਇਗਰਾਮ ਹੈ ਬੇਟਾ ਤੁਹਾਨੂੰ ਬਣਾਉਣੀ ਆਣੀ ਚਾਹੀਦੀ ਹੈ। ਸੋ 1s1/2 ਸਭ ਤੋਂ ਨੀਚੇ ਆਏਗਾ, ਉਸ ਤੋਂ ਉੱਪਰ ਕੀ ਆਏਗਾ 1p3/2, ਉਸ ਤੋਂ ਉੱਪਰ ਆਏਗਾ 1p1/2। ਇਹ ਪੇਪਰ ਦੇ ਵਿੱਚ ਤੁਹਾਨੂੰ ਬਣਾਉਣਾ ਪਏਗਾ, ਤੁਹਾਨੂੰ ਪੁੱਛਿਆ ਜਾ ਸਕਦਾ ਹੈ ਨੈਟ ਦੇ ਪੇਪਰ ਦੇ ਵਿੱਚ ਇਹ 4 ਜਾਂ 6 ਨੰਬਰ 5 ਨੰਬਰ ਦਾ ਸਵਾਲ ਜ਼ਰੂਰ ਆਉਂਦਾ ਹੀ ਆਉਂਦਾ ਹੈ। ਸੋ ਇੱਕ ਕੁਐਸਚਨ ਦਾ 3.5 ਮਾਰਕਸ ਦਾ, ਇੱਕ ਕੁਐਸਚਨ ਦਾ 5 ਮਾਰਕਸ ਦਾ, ਤੁਹਾਨੂੰ ਇਹ ਕੁਐਸਚਨ ਹਰ ਜਗ੍ਹਾ ਪੁੱਛਿਆ ਜਾਏਗਾ। ਇੱਕ ਨਿਊਕਲੀਅਸ ਦੀ ਵੈਲਿਊ ਨਿਊਕਲੀਅਸ ਦੇ ਦਿੱਤਾ ਜਾਂਦਾ ਹੈ ਐਂਡ ਉਹਦੀ ਅੱਗੇ ਗਰਾਊਂਡ ਸਟੇਟ ਕੱਢਣ ਦੇ ਲਈ ਕਿਹਾ ਜਾਂਦਾ ਹੈ ਮੋਸਟ ਆਫ ਦੀ ਟਾਈਮ, ਜਾਂ ਫਿਰ ਤੁਹਾਨੂੰ ਸਪਿਨ ਪੈਰਿਟੀ ਕੱਢਣ ਦੇ ਲਈ ਕਿਹਾ ਜਾਂਦਾ ਹੈ। ਸੋ ਇਸ ਕੇਸ ਨੂੰ ਹੈਂਡਲ ਕਰਨ ਦੇ ਲਈ ਤੁਹਾਨੂੰ ਸ਼ੈਲ ਮਾਡਲ ਦੇ ਲੈਵਲਸ ਪਤਾ ਹੋਣੇ ਚਾਹੀਦੇ। ਸੋ ਐਟਲੀਸਟ ਤੁਹਾਨੂੰ 50 ਤੋਂ ਲੈ ਕੇ 82 ਤੱਕ ਇਹ ਸਕੀਮ ਬਣਾਉਣੀ ਆਣੀ ਚਾਹੀਦੀ ਹੈ। ਅਗਰ ਤੁਸੀਂ ਬਣਾਉਣੀ ਸਿੱਖ ਗਏ ਤਾਂ ਤੁਹਾਨੂੰ ਸਾਰੇ ਦੀ ਸਾਰੀ ਪ੍ਰੋਬਲਮ ਸਾਡੀਆਂ ਨਿਊਕਲੀਅਰ ਫਿਜ਼ਿਕਸ ਦੀਆਂ ਹੈਂਡਲ ਹੋ ਜਾਣਗੀਆਂ। ਸੋ ਨਿਊਕਲੀਅਰ ਫਿਜ਼ਿਕਸ ਦੇ ਵਿੱਚ ਬੇਸਿਕ ਕੁਐਸਚਨ ਜਿਹੜਾ ਹੈ ਉਹ ਸਪਿਨ ਐਂਡ ਪੈਰਿਟੀ ਦਾ ਹੁੰਦਾ ਹੈ, ਗਰਾਊਂਡ ਸਟੇਟ ਦਾ ਹੁੰਦਾ ਹੈ। ਸੋ ਇੱਥੇ ਕੀ ਦਿੱਤਾ ਹੋਇਆ ਬੇਟਾ ਨਾਈਟ੍ਰੋਜਨ 7/8 raised to power 15 ਦਿੱਤਾ ਹੋਇਆ। ਸੋ ਇਹਦੇ ਵਿੱਚ ਕੀ ਹੋ ਗਿਆ ਐਟੋਮਿਕ ਨੰਬਰ ਜਿਹੜਾ ਤੁਹਾਡਾ 7 ਹੋ ਗਿਆ, मतलब नंबर ऑफ प्रोटॉन 7 हो गए, नंबर ऑफ न्यूट्रॉन्स ਤੁਹਾਡੇ ਕੋਲ 8 ਹੋ ਗਏ ਐਂਡ ਟੋਟਲ ਮਾਸ ਨੰਬਰ ਤੁਹਾਡੇ ਕੋਲ 15 ਹੋ ਗਿਆ। ਉਹਦੇ ਕੋਰਸਪੋਂਡਿੰਗ ਕੀ ਹੈ ਬੇਟਾ 1s1/2, 1p3/2, 1p1/2। ਇੱਕ ਚੀਜ਼ ਯਾਦ ਰੱਖਿਓ ਬੇਟਾ ਜਿੰਨਾ ਵੀ ਜਿਹਦਾ ਹਾਇਰ ਐਂਗੂਲਰ ਮੋਮੈਂਟਮ ਹੋਏਗਾ ਉਹ ਹਮੇਸ਼ਾ ਨੀਚੇ ਆਰਬਿਟਲ ਆਏਗੀ। ਸੋ p3 ਹਾਫ ਵਿਲ ਬੀ ਡਾਊਨ ਐਂਡ p1 ਹਾਫ ਵਿਲ ਬੀ ਅਪ। ਉਸ ਤੋਂ ਬਾਅਦ ਕੀ ਹੋਏਗਾ 1p ਤੋਂ ਬਾਅਦ 1d ਆਏਗਾ, ਸੋ ਇਟ ਵਿਲ ਬੀ 1d5/2। ਉਸ ਤੋਂ ਉੱਪਰ ਕੀ ਆਏਗਾ ਬੇਟਾ 1d3/2 ਐਂਡ ਇਹਦੇ ਵਿਚਕਾਰ ਹਮੇਸ਼ਾ ਹੀ ਇੱਕ ਸੈਂਡਵਿਚ ਲੈਵਲ ਐਗਜ਼ਿਸਟ ਕਰੇਗਾ, that will be 2s1/2। तो ये लेवल की है पोटेंशियल के ऊपर वेरी डिपेंड करेगा एंड रेडियस के ऊपर डिपेंड करेगा ये लेवल नीचे है ਜਾਂ ਅਪ ਹੈ। ਸੋ ਤੁਸੀਂ ਜ਼ਿਆਦਾ ਡਿਟੇਲ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ, ਤੁਸੀਂ ਹਰੇਕ ਨਿਊਕਲੀਅਸ ਦੇ ਲਈ ਇਹਦੇ ਅਕੋਰਡਿੰਗ ਹੀ ਡਿਜ਼ਾਈਨ ਕਰਕੇ ਦੇਣਾ ਹੈ। ਸੋ 2s1/2 ਜਿਹੜਾ ਹੈ ਉਹ ਸੈਂਟਰ ਦੇ ਵਿੱਚ ਹੀ ਰੱਖਣਾ ਹੈ। ਠੀਕ ਹੈ ਜੀ। ਸੋ ਨਿਊਕਲੀਅਸ ਹੈ ਇਹਦੇ ਵਿੱਚ ਕੀ ਪ੍ਰੋਟੋਨ ਦੀ ਸਪਿਲਿੰਗ ਜਿਹੜੀ ਹੈ ਉਹ ਅਲੱਗ ਹੋਏਗੀ, ਨਿਊਟਰੋਨ ਦੀ ਫਿਲਿੰਗ ਹਮੇਸ਼ਾ ਅਲੱਗ ਹੁੰਦੀ ਹੈ। ਸੋ ਨਿਊਟਰੋਨ ਕਿੰਨੇ ਹੈ ਬੇਟਾ 8, s ਆਰਬਿਟਲ ਦੇ ਵਿੱਚ ਕਿੰਨੇ ਨਿਊਟਰੋਨ ਹੋਣਗੇ that will be 2j+1। ਸੋ 2j+1 ਕਿੰਨਾ ਹੋ ਗਿਆ ਬੇਟਾ 2। ਸੋ 2 ਨਿਊਟਰੋਨ s ਆਰਬਿਟਲ ਦੇ ਵਿੱਚ, 4 ਨਿਊਟਰੋਨ ਕੀ ਹੋਣਗੇ ਬੇਟਾ p3 ਹਾਫ ਦੇ ਵਿੱਚ ਐਂਡ 2 ਨਿਊਟਰੋਨ ਹੋਣਗੇ ਤੁਹਾਡੇ ਕੋਲ p ਹਾਫ ਦੇ ਵਿੱਚ। ਸੋ 2 + 4 + 2 ਸੋ ਇਟ ਵਿਲ ਬੀ 8। ਸੋ ਨੰਬਰ ਆਫ ਨਿਊਕਲੀਅਸ ਅਗਰ ਪੇਅਰ ਅਪ ਹੋ ਗਏ ਤਾਂ ਆਟੋਮੈਟਿਕਲੀ ਤੁਹਾਡੇ ਕੋਲ ਇਹਦੀ ਕੰਟਰੀਬਿਊਸ਼ਨ 0 ਹੋ ਜਾਏਗੀ। ਮਤਲਬ ਕੀ ਹੈ ਜਿੰਨੇ ਵੀ ਨਿਊਟਰੋਨ ਜਿਹੜੇ ਅਗਰ ਈਵਨ ਨੰਬਰ ਦੇ ਵਿੱਚ ਐਗਜ਼ਿਸਟ ਕਰਨਗੇ ਤਾਂ ਤੁਹਾਡੇ ਕੋਲ ਨੈਟ ਇਫੈਕਟ ਆਫ ਦੀ ਨਿਊਟਰੋਨਸ ਔਨ ਦੀ ਨਿਊਕਲੀਅਰ ਸਪੇਸ ਵਿਲ ਬੀ 0 ਐਂਡ ਨੰਬਰ ਆਫ ਪ੍ਰੋਟੋਨਸ ਜੋ ਜਿਹੜਾ ਨੰਬਰ ਆਡ ਹੋਏਗਾ ਚਾਹੇ ਵੈਦਰ ਇਟ ਇਜ਼ ਨੰਬਰ ਆਫ ਪ੍ਰੋਟੋਨਸ ਵੈਦਰ ਇਟ ਇਜ਼ ਨੰਬਰ ਆਫ ਨਿਊਟਰੋਨ, ਤਾਂ ਤੁਹਾਡੇ ਕੋਲ ਜਿਹੜਾ ਰਿਜ਼ਲਟ ਹੋਏਗਾ odd ਤੇ ਡਿਪੈਂਡ ਕਰੇਗਾ। ਸੋ it is only the number of protons which will matter in the case of nitrogen 15। number of neutrons are even and they will not contribute to the nuclear spin। एक मिनट बेटा होल्ड रखो। हाँ जी बेटा 1 मिनट वेट करें, मैं हुणे आया, वेट कर लो प्लीज।
हाँ जी बेटा, सो लेट मी कंटिन्यू। सो अपने को ਜਿਹੜੇ ਨਿਊਟਰੋਨ ਹੈ ਇਹ ਤੁਹਾਡੇ ਕੋਲ 7 ਨਿਊਟਰੋਨ ਸੌਰੀ 8 ਨਿਊਟਰੋਨ ਹੈ ਐਂਡ 7 ਪ੍ਰੋਟੋਨਸ ਦਿੱਤੇ ਹੋਏ ਆ। ਸੋ ਇਸ ਕੇਸ ਦੇ ਵਿੱਚ ਕੀ ਸੀਗਾ ਬੇਟਾ, ਸੋ 1s1/2 ਦੇ ਕੋਰਸਪੋਂਡਿੰਗ 2 ਨਿਊਟਰੋਨ ਆ ਗਏ। ਸੋ ਇਹ ਨਿਊਟਰਲ ਫਿਲਿੰਗ ਹੋ ਗਈ। ਉਸ ਤੋਂ ਬਾਅਦ ਸਾਡੇ ਕੋਲ 7 ਨਿਊਟਰੋਨ 7 ਪ੍ਰੋਟੋਨਸ ਦੀ ਫਿਲਿੰਗ ਕਰਨੀ ਹੈ। ਸੋ s1/2 ਦੇ ਵਿੱਚ 2 ਪ੍ਰੋਟੋਨਸ ਹੋ ਗਏ, p3 ਹਾਫ ਦੇ ਵਿੱਚ 4 ਪ੍ਰੋਟੋਨਸ ਹੋ ਗਏ ਐਂਡ ਉਸ ਕੇਸ ਦੇ ਵਿੱਚ p1 ਹਾਫ ਦੇ ਵਿੱਚ ਤੁਹਾਡੇ ਕੋਲ 1 ਪ੍ਰੋਟੋਨ ਹੋ ਗਿਆ। ਸੋ ਇਹ ਵਾਲਾ ਜਿਹੜਾ ਬੈਲੈਂਸ ਪ੍ਰੋਟੋਨ ਹੈ ਬਿਕੋਜ਼ p3 ਹਾਫ ਕੰਪਲੀਟਲੀ ਫਿਲਡ ਹੈ, ਇਹਦੇ ਵਿੱਚ ਕੀ ਹੋ ਸਕਦਾ ਹੈ ਬੇਟਾ 4 ਹੀ ਪ੍ਰੋਟੋਨਸ ਆ ਸਕਦੇ ਆ। ਸੋ ਇਹਦੇ ਵਿੱਚ ਜਿਹੜਾ ਬੈਲੈਂਸ ਪ੍ਰੋਟੋਨ ਹੈ ਉਹੀ ਤੁਹਾਡਾ ਨਿਊਕਲੀਅਸ ਦੀ ਸਪਿਨ ਕੰਟਰੀਬਿਊਟ ਕਰੇਗਾ। ਸੋ p1 ਹਾਫ ਦੇ ਵਿੱਚ ਜਿਹੜਾ ਪ੍ਰੋਟੋਨ ਬੈਠਾ ਹੋਇਆ ਹੈ ਉਹਦੇ ਵਿੱਚ ਕੀ ਹੋ ਗਿਆ ਬੇਟਾ, ਤੁਹਾਡੇ ਕੋਲ ਐਂਗੂਲਰ ਮੋਮੈਂਟਮ ਕਿੰਨਾ ਹੋ ਗਿਆ, ਟੋਟਲ ਐਂਗੂਲਰ ਮੋਮੈਂਟਮ that will be equal to 1/2। so j will be equal to 1/2। so ਇਹਨੇ ਲਿਖਿਆ ਹੋਇਆ j pi is equal to 1/2। ਹੁਣ p orbital ਤਾਂ ਮੈਂ ਆਲਰੇਡੀ ਦੱਸ ਚੁੱਕਿਆ ਬੇਟਾ ਨੈਗੇਟਿਵ ਪੈਰਿਟੀ ਹੁੰਦੀ ਹੈ -1 raised to power l, l is equal to 1 here, ਇਸ ਕਰਕੇ -1/2 ਮਾਈਨਸ ਹੋ ਜਾਏਗਾ। ਸੋ 1/2 ਮਾਈਨਸ, ਸੋ ਇਹ ਤੁਹਾਡੇ ਕੋਲ ਇਸ ਨਿਊਕਲੀਅਸ ਦੇ ਕੋਰਸਪੋਂਡਿੰਗ ਤੁਹਾਡੇ ਕੋਲ ਸਪਿਨ ਪੈਰਿਟੀ ਡਿਸਾਈਡ ਹੋ ਜਾਏਗੀ। ਸੋ ਇਸ ਤੋਂ ਬਾਅਦ ਆਂਦਾ ਹੈ ਬੇਟਾ, अगली आती है बेटा ऑक्सीजन 7 एंड सॉरी ऑक्सीजन 15। सो 8 प्रोटॉन हो गए बेटा, नंबर ऑफ न्यूट्रॉन ਤੁਹਾਡੇ ਕੋਲ 8 ਹੋ ਗਏ 7 ਹੋ ਗਏ। ਸੋ ਇਸ ਕੇਸ ਦੇ ਵਿੱਚ ਨੰਬਰ ਆਫ ਨਿਊਟਰੋਨ ਜਿਹੜਾ ऑड ਹੈ ਉਹ ਪਾਰਟੀਕਲ ਜਿਹੜਾ ਹੈ ਉਹ ਤੁਹਾਨੂੰ स्पिन देगा। सो इस केस ਦੇ ਵਿੱਚ p1 ਹਾਫ ਹੋ ਗਿਆ, ਲੇਕਿਨ ਐਂਡ ਇਸ ਕੇਸ ਦੇ ਵਿੱਚ ਵੀ ਜਿਹੜੀ ਸਪਿਨ ਆਏਗੀ that will be equal to, ਇਹਨੂੰ ਲਿਖ ਸਕਦੇ ਆਪਾਂ। ਸੋ ਇਸ ਕੇਸ ਦੇ ਵਿੱਚ ਕੀ ਹੋ ਗਿਆ ਬੇਟਾ, ਆਡ ਨਿਊਟਰੋਨ ਦੇ ਕੋਰਸਪੋਂਡਿੰਗ p1 ਹਾਫ ਹੈ। ਇਸ ਕੇਸ ਦੇ ਵਿੱਚ ਵੀ ਤੁਹਾਡੇ ਕੋਲ 1 ਹਾਫ ਆਏਗਾ, j = 1 ਹਾਫ ਆ ਜਾਏਗਾ ਐਂਡ ਜਿਹੜੀ ਪੈਰਿਟੀ ਹੋ ਜਾਏਗੀ ਉਹ 네ਗੇਟਿਵ ਹੋ ਜਾਏਗੀ। ਠੀਕ ਹੈ, ਸੋ ਇਸ ਕੇਸ ਦੇ ਵਿੱਚ ਆਪਣੇ ਕੋਲ ਅਗਲਾ ਆਂਦਾ ਹੈ ਨੈਕਸਟ ਸਲਾਈਡ ਦੇ ਵਿੱਚ ਦਿੱਤਾ ਹੋਇਆ। ਸੋ ਅਲਟੀਮੇਟਲੀ ਇਹ 1 ਹਾਫ ਆਂਦਾ ਹੈ। ਲੇਕਿਨ ਹੁਣ ਕੀ ਹੈ ਬੇਟਾ, ਸੋ ਲੇਕਿਨ ਇਹਦੀ ਜਿਹੜੀ ਆਕਸੀਜਨ ਹੈ, ਆਕਸੀਜਨ ਦੀ ਜਿਹੜੀ ਸਪਿਨ ਹੈ ਇਸ ਕੇਸ ਦੇ ਵਿੱਚ ਆਪਣੇ ਕੋਲ ਕੀ ਆਂਦਾ ਹੈ, ਸੌਰੀ ਆਕਸੀਜਨ 17। ਇਸ ਕੇਸ ਦੇ ਵਿੱਚ ਜਿਹੜੀ ਸਪਿਨ ਆਂਦੀ ਹੈ, ਇਸ ਕੇਸ ਦੇ ਵਿੱਚ ਜਿਹੜੀ ਸਪਿਨ ਆ ਰਹੀ ਆਏਗੀ ਆਪਣੇ ਕੋਲ, ਦੇਖੋ ਇਹਦੇ ਵਿੱਚ ਆਏਗੀ 1s1/2 1p3/2 1p1/2 ਐਂਡ 1d5/2। ਇਸ ਕੇਸ ਦੇ ਵਿੱਚ 8 ਪ੍ਰੋਟੋਨਸ ਹੋ ਗਏ ਐਂਡ 7 ਨਿਊਟਰੋਨ ਹੋ ਗਏ। ਪ੍ਰੋਟੋਨ ਵਾਲੀ ਸਾਈਡ ਤਾਂ ਭੁੱਲ ਜਾਓ ਬਿਕੋਜ਼ ਨੰਬਰ ਆਫ ਪ੍ਰੋਟੋਨਸ ਸਾਡੇ ਕੋਲ ਈਵਨ ਹੋ ਗਏ। ਠੀਕ ਹੈ, ਇਸ ਕਰਕੇ ਇਸ ਜਿਹੜੀ ਪ੍ਰੋਬਲਮ ਹੈ ਇਹ ਹੈਂਡਲ ਹੋ ਜਾਏਗੀ। ਸੋ ਨੰਬਰ ਆਫ ਪ੍ਰੋਟੋਨਸ ਕਿ ਮੈਟਰ ਨਹੀਂ ਕਰਨਗੇ, ਨੰਬਰ ਆਫ ਨਿਊਟਰੋਨ, ਸੋ 2 + 4 6 ਹੋ ਗਿਆ। ਸੋ ਇਸ ਕਰਕੇ ਆਪਣੇ ਕੋਲ ਸੌਰੀ ਇਹਦੇ ਵਿੱਚ 8 ਆਕਸੀਜਨ 70 ਦੀ ਗੱਲ ਕਰ ਰਹੇ ਆਪਾਂ। ਸੋ ਪ੍ਰੋਟੋਨਸ ਆਪਣੇ ਕੋਲ 8 ਹੋ ਗਏ, ਨੰਬਰ ਆਫ ਨਿਊਟਰੋਨਸ ਆਪਣੇ ਕੋਲ 9 ਹੋ ਗਏ। ਸੋ 8 ਵਾਲੇ ਕੇਸ ਨੂੰ ਭੁੱਲ ਜਾਓ। ਉਸ ਤੋਂ ਬਾਅਦ ਨੰਬਰ ਆਫ ਨਿਊਟਰੋਨਸ ਕੀ ਹੋ ਗਿਆ ਬੇਟਾ, ਇਹ 2 + 4 + 2 6 2 8 ਹੋ ਗਏ ਬੇਟਾ। ਉਸ ਤੋਂ ਬਾਅਦ ਜਿਹੜਾ 9th ਪ੍ਰੋਟੋਨ ਹੈ ਉਹ d5/2 ਹੋ ਜਾਏਗਾ ਬੇਟਾ। ਠੀਕ ਹੈ ਜੀ, ਇਸ ਕਰਕੇ ਤੁਹਾਡੇ ਕੋਲ d ਆਰਬਿਟਲ ਕੀ ਹੈ ਪਲੱਸ ਪੈਰਿਟੀ ਦੀ ਹੁੰਦੀ ਹੈ। ਸੋ ਇਸ ਕਰਕੇ ਇਵਨ ਪੈਰਿਟੀ ਹੋ ਜਾਏਗਾ, 5/2 j ਆ ਜਾਏਗਾ। ਸੋ ਇਟ ਵਿਲ ਬੀ ਇਕੁਅਲ ਟੂ j 5/2 ਪਲੱਸ ਆ ਜਾਏਗਾ। ਸੋ ਆਕਸੀਜਨ 17 ਦੇ ਕੇਸ ਵਿੱਚ ਤੁਹਾਡੇ ਕੋਲ ਪੈਰਿਟੀ ਅਲੱਗ ਆਏਗੀ। ਸੋ ਉਸ ਤੋਂ ਬਾਅਦ ਕੀ ਹੈ ਬੇਟਾ, ਕਾਫੀ ਸਾਰੀ ਐਗਜ਼ਾਮਪਲਸ ਲਈਆਂ ਹੋਈਆਂ। ਸਿਮਿਲਰਲੀ ਕਾਰਬਨ 13 ਹੋ ਗਿਆ। ਉਸ ਤੋਂ ਬਾਅਦ ਇਹ ਸਾਰੀਆਂ ਪ੍ਰੋਬਲਮਸ ਉਹਨਾਂ ਨੇ ਹੈਂਡਲ ਕੀਤੀਆਂ ਹੋਈਆਂ। ਇਹ ਸਿਲੀਕਨ 27 ਹੈਂਡਲ ਕੀਤਾ ਹੋਇਆ। ਇਹ ਸਾਰੀਆਂ ਉਹਨਾਂ ਨੇ ਪ੍ਰੋਬਲਮਸ ਹੈਂਡਲ ਕੀਤੀਆਂ ਹੋਈਆਂ। ਠੀਕ ਹੈ ਜੀ, ਸੋ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ। ਨਿਕਲ 33 ਦੀ ਪ੍ਰੋਬਲਮ ਵੀ ਇਹਨਾਂ ਨੇ ਹੈਂਡਲ ਕੀਤੀ ਹੋਈ ਹੈ। ਨਿਕਲ 33 ਦੀ ਇੱਕ ਪ੍ਰੋਬਲਮ ਜਿਹੜੀ ਹੈ 5/2 ਪਲੱਸ ਨਹੀਂ ਆਉਂਦੀ। ਅਗਰ ਆਪਾਂ ਸ਼ੈਲ ਮੋਡਲ ਤੋਂ ਫਾਈਂਡ ਆਊਟ ਕਰਾਂਗੇ ਤਾਂ 5/2 ਪਲੱਸ ਆਏਗੀ, ਲੇਕਿਨ ਅਬਜ਼ਰਵਡ ਸਪਿਨ ਕਿਹੜੀ ਹੈ ਬੇਟਾ 3/2 ਨੈਗੇਟਿਵ। ਸੋ ਇਹਦੀ ਕੇਸ ਵਿੱਚ ਕੀ ਹੁੰਦਾ ਹੈ, ਸੋ ਇਸ ਕੇਸ ਵਿੱਚ ਇਹਨੂੰ ਸਪੈਸ਼ਲ ਕੇਸ ਮੰਨਿਆ ਜਾਂਦਾ। ਜਿਸ ਤਰ੍ਹਾਂ ਐਟੋਮਿਕ ਆਰਬਿਟਲ ਦੇ ਕੇਸ ਵਿੱਚ ਆਪਣੇ ਕੋਲ ਪੇਅਰਿੰਗ ਹੋ ਜਾਂਦੀ ਹੈ, d ਆਰਬਿਟਲ ਤੋਂ ਨਿਕਲ ਕੇ ਇੱਕ ਜਿਹੜਾ ਇਲੈਕਟ੍ਰੋਨ ਹੈ ਉਹ 4s2 ਦੇ ਵਿੱਚ ਚਲਾ ਜਾਂਦਾ ਹੈ। ਸੋ ਇਸ ਕਰਕੇ ਆਪਣੇ ਕੋਲ ਜਿਹੜੀ ਪੈਰਿਟੀ ਹੈ ਜਿਹੜਾ ਨਿਊਕਲੀਅਨ ਜਿਹੜਾ ਬੈਲੈਂਸ ਹੋ ਜਾਂਦਾ ਉਹ d10 ਦੇ ਵਿੱਚ ਹੋ ਜਾਂਦਾ ਹੈ, d ਆਰਬਿਟਲ ਚ ਹੋ ਜਾਂਦਾ ਹੈ। ਸੋ ਕਾਫੀ ਸਾਰੀਆਂ ਪ੍ਰੋਬਲਮਸ ਆਪਾਂ ਆਲਰੇਡੀ ਕੈਮਿਸਟਰੀ ਚ ਦੇਖੀਆਂ ਹੋਈਆਂ। ਸੋ ਇੱਥੇ ਵੀ ਕੀ ਹੋ ਜਾਏਗਾ ਬੇਟਾ, ਜਿਹੜਾ ਨਿਊਕਲੀਅਨ ਹੈ ਜਿਹੜਾ ਬੈਲੈਂਸ ਜਿਹੜਾ ਨਿਊਟਰੋਨ ਇੱਥੇ ਫਿਲ ਹੋਇਆ ਸੀ ਆਟੋਮੈਟਿਕਲੀ ਉੱਪਰ ਚਲਾ ਜਾਂਦਾ ਹੈ ਐਂਡ ਅਲਟੀਮੇਟਲੀ ਤੁਹਾਡੇ ਕੋਲ ਜਿਹੜਾ ਨਿਊਕਲੀਅਨ ਹੈ ਉਹ 3 ਹਾਫ ਨੀਚੇ ਵਾਲੀ ਆਰਬਿਟਲ ਚ ਬਚ ਜਾਂਦਾ ਹੈ, ਜਿਹੜਾ ਕਿ ਤੁਹਾਨੂੰ ਨੈਟ ਰਿਜ਼ਲਟੈਂਟ ਸਪਿਨ ਦਿੰਦਾ ਹੈ। ਸੋ 5 ਹਾਫ ਨਹੀਂ ਹੈ, 1 ਹੈ 5 ਹਾਫ ਦੇ ਵਿੱਚ ਬੈਲੈਂਸ ਨਿਊਕਲੀਅਨ ਨਹੀਂ ਹੋਏਗਾ। ਜਿਹੜਾ ਬੈਲੈਂਸ ਨਿਊਕਲੀਅਨ ਹੋਏਗਾ 3 ਹਾਫ ਦੇ ਵਿੱਚ ਹੋਏਗਾ। ਜਿਹੜਾ ਇੱਥੇ ਪਿਆ ਸੀਗਾ ਨੀਚੇ ਵਾਲੀ ਆਰਬਿਟਲ ਦੇ ਵਿੱਚ ਉਹ ਹਾਇਰ ਆਰਬਿਟਲ ਦੇ ਵਿੱਚ ਚਲਾ ਜਾਂਦਾ ਹੈ। ਸੋ ਇਹ ਸਾਰੀਆਂ ਪ੍ਰੋਬਲਮਸ ਉਹਨਾਂ ਨੇ ਹੈਂਡਲ ਕੀਤੀਆਂ ਹੋਈਆਂ। ਇਹਨਾਂ ਨੂੰ ਤੁਸੀਂ 1 ਬਾਈ 1 ਤੁਸੀਂ ਸਟੱਡੀ ਕਰ ਸਕਦੇ ਹੋ। ठीक है जी, सो ये एक्साइटेड स्टेट भी उन्होंने डिस्कस की है बेटा। एक्साइटेड स्टेट किस तरह बनेगी, अगर कोई न्यूक्लियन ਜਿਹੜਾ पेयर अप ਹੋਇਆ ਉਹ एक्साइटेड स्टेट ਦੇ ਵਿੱਚ ਚਲਾ ਗਿਆ, अगर वैलेंस न्यूक्लियन है वो हायर एक्साइटेड स्टेट ਵਿੱਚ ਚਲਾ ਗਿਆ, ਤੇ ਇਸ ਦੇ ਨਾਲ ਤੁਹਾਡੇ ਕੋਲ एक्साइटेड स्टेट्स ਬਣ ਰਹੀਆਂ। ठीक है जी, तो इस तरह होएगा। तो न्यूक्लियस की एक्साइटेड स्टेट की हो जाएगी, पहला ग्राउंड स्टेट 5/2 हो जाएगी, एक्साइटेड स्टेट की हो जाएगी 1 हाफ हो जाएगी। तो अगर न्यूक्लियस d5 हाफ तो निकल के 2s 1 हाफ से चला गया, अगर इतनी जगह तो 3 हाफ से चला गया तो ਇਹਦੇ ਵਿੱਚ ਕੀ ਹੋ ਜਾਏਗਾ बैलेंस न्यूक्लियन ਇੱਥੇ बैठ गया, रिजल्टेंट स्पिन ਉਹਦੇ अकॉर्डिंग आ जाएगी। तो 1 हाफ प्लस हो गया, 3 हाफ प्लस हो गया, तो ਇਹਦੇ अकॉर्डिंग ਤੁਹਾਡੇ ਕੋਲ ਰਿਜ਼ਲਟ ਬਣਨਗੇ। ठीक है, सो ਇਹਦੇ अकॉर्डिंग ਤੁਹਾਡੇ ਕੋਲ ਰਿਜ਼ਲਟ ਬਣਨਗੇ।
ਸੋ ਇਹ ਚੀਜ਼ਾਂ ਬੇਟਾ ਉਹਨਾਂ ਨੇ ਡਿਸਕਸ ਕੀਤੀਆਂ ਹੋਈਆਂ, ਕਾਫੀ ਲੈਬੋਰੇਟਰੀ ਡਿਸਕਸ ਕੀਤਾ ਹੈ। ਸੋ ਮੈਂ ਸੁਜੈਸਟ ਕਿ ਤੁਸੀਂ ਇੱਕ ਵਾਰੀ ਪ੍ਰੋਪਰਲੀ ਲੈਕਚਰ ਸੁਣ ਲਓ। ਇਹ ਅੱਧਾ ਲੈਕਚਰ ਤੋਂ ਉਹਨਾਂ ਦਾ ਮੈਂ ਕਵਰ ਕਰ ਹੀ ਦਿੱਤਾ ਹੋਇਆ, ਠੀਕ ਹੈ ਜੀ। ਸੋ ਜਿਹੜਾ ਬੇਸਿਕ ਲੈਕਚਰ ਹੈ, ਜਿਹੜੀ ਉਹਨਾਂ ਨੇ ਕਾਫੀ ਚੀਜ਼ਾਂ ਐਕਸਟਰਾ ਦੱਸੀਆਂ ਹੋਈਆਂ, ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ। ਅਗਰ ਕੋਈ ਪ੍ਰੋਬਲਮ ਹੋਈ ਤਾਂ ਆਪਾਂ ਹੈਂਡਲ ਕਰਾਂਗੇ। ਸੋ ਫਿਲਹਾਲ ਦੀ ਕੜੀ ਇਹਨਾਂ ਡਾਈਜੈਸਟ ਕਰੋ। ਇਸ ਤੋਂ ਬਾਅਦ ਨੈਕਸਟ ਟਾਈਮ ਆਪਾਂ ਸਿੰਗਲ ਪਾਰਟੀਕਲ ਸ਼ੈਲ ਮਾਡਲ, ਜਿਹੜਾ ਕਿ ਉਹਦੇ ਵਿੱਚ ਵੈਲ ਸਪੇਸ ਦੇ ਵਿੱਚ ਕਾਫੀ ਸਾਰੇ ਨਿਊਕਲੀਅਰ ਜਿਹੜੇ ਆ ਉਹਨਾਂ ਨੂੰ ਟੈਕਲ ਕਰਦਾ ਹੈ। ਸੋ ਉਹਨਾਂ ਨੂੰ ਆਪਾਂ ਇਨਕੋਰਪੋਰੇਟ ਕਰਾਂਗੇ ਯੂਜ਼ਿੰਗ ਸਲਾਟਰ ਡਿਟਰਮੀਨੈਂਟ। ਸੋ ਉਹਦੇ ਜਿਹੜੀ ਆਪਾਂ ਜਿਹੜੀ ਆਪਣੇ ਕੋਲ ਬੁੱਕ ਹੈ ਰਾਇਡ ਐਂਡ ਨਿਗਮ, ਉਹ ਯੂਜ਼ ਕਰਾਂਗੇ। ਸੋ ਉਹਦੇ ਵਿੱਚ ਸਿਰਫ ਮੈਥਮੈਟੀਕਲ ਪ੍ਰੋਸੀਜਰ ਹੈ, ਇਹ ਵਾਲਾ ਪ੍ਰੋਸੀਜਰ ਜਿਹੜਾ ਕਹਿੰਦੇ ਯੂਜ਼ ਕੀਤਾ ਹੋਇਆ ਕਿਤੇ ਵੀ ਨਹੀਂ ਦਿੱਤਾ ਹੋਏਗਾ। ਸੋ ਇਹ ਐਕਚੁਅਲ ਦੇ ਵਿੱਚ ਨਿਊਕਲੀਅਰ ਫਿਜ਼ਿਕਸ ਹੈ, ਜਿਹੜੀ ਆਪਾਂ ਨੂੰ ਐਕਚੁਅਲ ਵਿੱਚ ਦੇਖਣ ਨੂੰ ਮਿਲਦੀ ਹੈ, ਲੇਕਿਨ ਇਹ ਬੁੱਕ ਡਿਸਕਸ਼ਨ ਦੇ ਵਿੱਚ ਨਹੀਂ ਹੈ। ਸੋ ਇਸ ਕਰਕੇ ਮੈਂ ਤੁਹਾਨੂੰ ਗਾਈਡ ਕਰ ਰਿਹਾ ਸੀ ਕਿ ਐਟਲੀਸਟ ਇਹ ਚੀਜ਼ਾਂ ਦੇਖ ਲਓ, ਤੁਹਾਡੇ ਲਈ ਕੰਮ ਕਰਨਾ ਆਸਾਨ ਹੋ ਜਾਏਗਾ। ਸੋ ਥੈਂਕ ਯੂ ਵੈਰੀ ਮਚ। ਅਗਰ ਕੋਈ ਡਾਊਟਸ ਵਗੈਰਾ ਹੈਗੇ ਆ ਬੇਟਾ ਤਾਂ ਮੈਨੂੰ ਦੱਸ ਦਿਓ।